ਸਤਿ ਸ਼੍ਰੀ ਅਕਾਲ ਜੀ। ਸਟੱਡੀ ਸਪੀਡ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਹੈ 25 ਜਨਵਰੀ ਤੇ ਅੱਜ ਦੇ ਲੈਕਚਰ ਦੀ ਸ਼ੁਰੂਆਤ ਹੈ। ਜੋ ਆਪਾਂ ਲਾਸਟ ਲੈਕਚਰ ਦੇ ਵਿੱਚ ਕੁਐਸਚਨ ਪੁੱਛੇ ਸੀ ਉਹਨਾਂ ਤੋਂ ਕਰਾਂਗੇ, ਦੇਖਾਂਗੇ ਕਿਹੜੇ ਕੁਐਸਚਨ ਸੀ, ਫਿਰ ਉਸ ਤੋਂ ਬਾਅਦ ਜਾਣਾਂਗੇ ਉਹਨਾਂ ਦੇ ਆਨਸਰ ਤੇ ਉਦੋਂ ਬਾਅਦ ਦੇਖਾਂਗੇ ਆਪਾਂ ਨੂੰ ਉਹਨਾਂ ਦੇ ਆਨਸਰ ਕਿਹਨਾਂ ਤੋਂ ਮਿਲਿਆ। ਉਸ ਤੋਂ ਬਾਅਦ ਦੇਖਾਂਗੇ ਅੱਜ ਦੀ ਕਲਾਸ ਦੇ ਵਿੱਚ ਕਰੰਟ ਅਫੇਅਰ ਵਿੱਚ ਕੀ ਖਾਸ ਰਹਿਣ ਵਾਲਾ। ਇੱਕ ਬੇਨਤੀ ਹੈ ਵੀ ਜਿਹੜੇ ਚੈਨਲ ਤੇ ਨਵੇਂ ਹੁੰਦੇ ਆ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦਿਆ ਕਰੋ ਜੀ, ਤੇ ਵੀਡੀਓ ਨੂੰ ਵੀ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ। ਤੁਹਾਨੂੰ ਡਿਸਲਾਈਕ ਕਰਨ ਦਾ ਵੀ ਪੂਰਾ ਹੱਕ ਹੈ। ਜੇ ਤੁਹਾਨੂੰ ਵੀਡੀਓ ਪਸੰਦ ਨਹੀਂ ਆਉਂਦੀ ਤਾਂ ਤੁਸੀਂ ਡਿਸਲਾਈਕ ਵੀ ਕਰ ਸਕਦੇ ਹੋ, ਪਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸ ਦਿਓ ਵੀ ਕਿੱਥੇ ਜੇ ਕਮੀ ਹੈ। ਜੇ ਤੁਸੀਂ ਇਹ ਨਿਊਜ਼ ਆਪਦੀ ਆਪ ਵੀ ਪੜ੍ਹਨਾ ਚਾਹੁੰਦੇ ਹੋ ਤਾਂ ਅੱਜ ਮੈਂ ਇਸ ਲੈਕਚਰ ਦੇ ਐਂਡ ਦੇ ਵਿੱਚ ਜਰੂਰ ਦੱਸਾਂਗਾ ਵੀ ਤੁਸੀਂ ਕਿੱਥੋਂ ਜਾ ਕੇ ਪੜ੍ਹ ਸਕਦੇ ਹੋ। ਅਥੈਂਟਿਕ ਜਿਹੜੀਆਂ ਹੈਗੀਆਂ ਸਾਈਟਸ ਉਹ ਦੱਸਾਂਗਾ। ਚਲੋ ਜੀ ਹੁਣ ਆਪਾਂ ਨੈਕਸਟ ਨਿਊਜ਼ ਚੱਲਦੇ ਹਾਂ। ਜੋ ਆਪਾਂ ਲਾਸਟ ਲੈਕਚਰ ਦੇ ਵਿੱਚ ਕੁਐਸਚਨ ਪੁੱਛੇ ਸੀ ਉਹ ਦੇਖ ਲੈਂਦੇ ਹਾਂ। ਫਸਟ ਕੁਐਸਚਨ ਕੀ ਸੀ, ਇੰਡੀਆਜ਼ ਫਸਟ ਮਲਟੀ ਮਾਡਲ ਲੌਜਿਸਟਿਕ ਪਾਰਕ ਗੋਇੰਗ ਟੂ ਸੈਟ ਅਪ ਇਨ ਵਿਚ ਸਟੇਟ। ਤਾਂ ਇਹ ਕਿਹੜੀ ਸਟੇਟ ਦੇ ਵਿੱਚ ਹੈ ਜੋ ਬਣ ਜਾ ਰਿਹਾ, ਤਾਂ ਇਹ ਹੈ ਅਸਾਮ। ਇਸ ਦਾ ਆਨਸਰ ਆਉਣਾ ਸੀ ਅਸਾਮ। ਤੇ ਲਾਰਜੈਸਟ ਜੋ ਲੌਜਿਸਟਿਕ ਪਾਰਕ ਬਣ ਜਾ ਰਿਹਾ, ਆਪਾਂ ਰੀਸੈਂਟਲੀ ਨਿਊਜ਼ ਦੇਖੀ ਸੀ ਗੁਜਰਾਤ ਦੇ ਵਿੱਚ ਬਣ ਜਾ ਰਿਹਾ, ਉੱਥੋਂ ਹੀ ਕੁਐਸਚਨ ਪੁੱਟ ਕਰਿਆ ਸੀਗਾ। ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਹੂ ਇਜ਼ ਦਾ PM ਆਫ ਸ਼੍ਰੀਲੰਕਾ। ਸ਼੍ਰੀਲੰਕਾ ਦੇ ਪ੍ਰੈਜ਼ੈਂਟ PM ਕੌਣ ਦੇਖਣ ਨੂੰ ਮਿਲਦੇ ਆ? ਮਹਿੰਦਰ ਰਾਜਪਕਸ਼ਾ ਹੈ ਜੋ ਇੱਥੋਂ ਦੇ ਪ੍ਰੈਜ਼ੈਂਟ PM ਦੇਖਣ ਨੂੰ ਮਿਲਦੇ ਆ ਸ਼੍ਰੀਲੰਕਾ ਦੇ। ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਹੂ ਗੇਵ ਦਾ ਸਲੋਗਨ ਆਫ ਡੂ ਔਰ ਡਾਈ। ਡੂ ਔਰ ਡਾਈ ਦਾ ਜੋ ਸਲੋਗਨ ਆ ਕਿਹਨੇ ਦਿੱਤਾ ਸੀ? ਮਹਾਤਮਾ ਗਾਂਧੀ ਜੀ ਨੇ ਦਿੱਤਾ ਸੀ। ਠੀਕ ਹੈ ਜੀ। ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਹੰਪੀ ਟੈਂਪਲ ਸਿਚੁਏਟਡ ਇਨ ਵਿਚ ਸਟੇਟ। ਠੀਕ ਹੈ ਜੀ। ਇਹ ਜੋ ਹੰਪੀ ਟੈਂਪਲ ਹੈ ਇਹ ਕਿਹੜੀ ਜਿਹੜੀ ਹੈਗੀ ਆ ਸਟੇਟ ਦੇ ਵਿੱਚ ਦੇਖਣ ਨੂੰ ਮਿਲਦਾ ਹੈ? ਤਾਂ ਇਹ ਦੇਖਣ ਨੂੰ ਮਿਲਦਾ ਕਰਨਾਟਕਾ ਸਟੇਟ ਦੇ ਵਿੱਚ ਹੈ ਜੋ ਇਹ ਦੇਖਣ ਨੂੰ ਮਿਲਦਾ ਹੈ। ਤਾਂ ਇੱਕ ਹੋਰ ਕੁਐਸਚਨ ਹੈ, ਇਹ ਤੋਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਆਨਸਰ ਦਿਓ। ਜੋ ਇਹ ਹੰਪੀ ਟੈਂਪਲ ਹੈ ਇਹ ਕਿਹੜੇ ਨੋਟ ਤੇ ਹੈ ਜੋ ਇਹ ਦੇਖਣ ਨੂੰ ਮਿਲਦਾ? ਠੀਕ ਹੈ, ਇਸ ਦੀ ਤਸਵੀਰ ਕਿਹੜੇ ਨੋਟ ਤੇ ਦੇਖਣ ਨੂੰ ਮਿਲਦੀ ਹੈ ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਿਓ। ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਵਿਚ ਮਿਨਿਸਟਰੀ ਲਾਂਚ ਸ਼ਰਮ ਸ਼ਕਤੀ ਆ ਨੈਸ਼ਨਲ ਮਾਈਗ੍ਰੇਸ਼ਨ ਸਪੋਰਟ ਪੋਰਟਲ। ਠੀਕ ਹੈ ਜੀ। ਤਾਂ ਇਹ ਕਿਹਨੇ ਲਾਂਚ ਕਰਿਆ ਸੀ? ਮਿਨਿਸਟਰੀ ਆਫ ਟਰਾਈਬਲ ਅਫੇਅਰ ਹੈ ਜੋ, ਠੀਕ ਹੈ, ਇਸ ਨੇ ਕਰਿਆ ਸੀਗਾ ਲਾਂਚ ਇਹ। ਤੇ ਇਹ ਮਿਨਿਸਟਰੀ ਆ ਪ੍ਰੈਜ਼ੈਂਟ ਦੇ ਟਾਈਮ ਦੇ ਵਿੱਚ ਕਿਹਨਾਂ ਦੇ ਅੰਡਰ ਦੇਖਣ ਨੂੰ ਮਿਲਦੀ ਹੈ? ਅਰਜੁਨ ਮੁੰਡਾ ਜੀ ਦੇ ਅੰਡਰ ਹੈ ਪ੍ਰੈਜ਼ੈਂਟ ਟਾਈਮ ਦੇ ਵਿੱਚ ਇਹ ਮਿਨਿਸਟਰੀ ਦੇਖਣ ਨੂੰ ਮਿਲਦੀ ਹੈ। ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਹੂ ਇਜ਼ ਦਾ ਟਾਈਮਜ਼ 2020 ਐਥਲੀਟ ਆਫ ਦਾ ਈਅਰ। ਠੀਕ ਹੈ ਜੀ। ਟਾਈਮਜ਼ ਮੈਗਜ਼ੀਨ ਦੇ ਅਕੋਰਡਿੰਗ ਜਿਹੜਾ ਹੈਗਾ ਐਥਲੀਟ ਆਫ ਦਾ ਈਅਰ 2020 ਕੌਣ ਦੇਖਣ ਨੂੰ ਮਿਲਿਆ? ਇਹ ਹੈ ਲੀ ਬਰੌਨ ਜੇਮਸ ਹੈ ਜੋ ਐਥਲੀਟ ਆਫ ਦਾ ਈਅਰ ਦੇਖਣ ਨੂੰ ਮਿਲੇ ਅਕੋਰਡਿੰਗ ਟੂ ਟਾਈਮਜ਼ ਮੈਗਜ਼ੀਨ। ਅਗਲੇ ਕੁਐਸਚਨ ਤੇ ਚੱਲਦੇ ਹਾਂ। ਵਿਚ ਕੰਟਰੀ ਰੀਸੈਂਟਲੀ ਪੁਲਡ ਆਊਟ ਫਰੋਮ ਓਪਨ ਸਕਾਈ ਟ੍ਰੀਟੀ 2020। ਠੀਕ ਹੈ ਜੀ। ਤੇ ਜਿਹੜੀ ਇਹ ਓਪਨ ਸਕਾਈ ਟ੍ਰੀਟੀ ਹੈ ਇਸ ਦੇ ਵਿੱਚੋਂ ਜਿਹੜੀ ਹੈ ਕਿਹੜੀ ਕੰਟਰੀ ਹੈ ਰੀਸੈਂਟਲੀ ਬਾਹਰ ਹੋਈ ਹੈ? ਤਾਂ ਇਸ ਦਾ ਆਨਸਰ ਕੀ ਹੋਏਗਾ? ਰਸ਼ੀਆ। ਠੀਕ ਹੈ ਜੀ। ਰਸ਼ੀਆ ਨੇ ਆਪਦਾ ਨਾਮ ਵਿਦਡਰੋਅ ਕਰ ਲਿਆ। ਇਸ ਤੋਂ ਪਹਿਲਾਂ ਕਿਹੜੀ ਕੰਟਰੀ ਨੇ ਹੈ ਜੋ ਜਿਹੜਾ ਹੈਗਾ ਆਪਦਾ ਨਾਮ ਵਿਦਡਰੋਅ ਕਰਿਆ ਸੀ? ਤਾਂ ਉਹ ਹੈ USA। ਚਲੋ ਜੀ ਹੁਣ ਆਪਾਂ ਦੇਖ ਲੈਂਦੇ ਹਾਂ ਵੀ ਕਿੰਨਾ ਤੋਂ ਆਪਾਂ ਨੂੰ ਆਨਸਰ ਮਿਲਿਆ। ਆਨਸਰ ਦਿੱਤੇ ਆ ਮੀਨਾ ਗਰਗ, ਠੀਕ ਹੈ ਜੀ, ਖੁਸ਼ਬੂ, ਬਹਾਦਰ ਸਿੰਘ, ਇਹਨਾਂ ਨੇ ਆਨਸਰ ਦਿੱਤੇ ਆ। ਫਿਰ ਮੈਂ ਉਹੀ ਕਹਿਣਾ ਚਾਹਾਂਗਾ ਵੀ ਤੁਸੀਂ ਜਿੰਨੇ ਵੀ ਦੇਖ ਰਹੇ ਹੋ ਵੀਡੀਓ ਸਾਰੇ ਹੀ ਆਨਸਰ ਦਿਆ ਕਰੋ। ਠੀਕ ਹੈ ਜੀ। ਲਾਸਟ ਸਲਾਈਡ ਦੇ ਵਿੱਚ ਜੋ ਮੈਂ ਕੁਐਸਚਨ ਰੱਖੇ ਹੁੰਦੇ ਆ ਉਹਨਾਂ ਦੇ ਸਾਰੇ ਆਨਸਰ ਇਮਾਨਦਾਰੀ ਨਾਲ ਟਰਾਈ ਕਰਨ ਦੀ ਕੋਸ਼ਿਸ਼ ਕਰਿਆ ਕਰੋ, ਚਾਹੇ ਸਰਚ ਮਾਰ ਕੇ ਦੇ ਦਿਓ, ਪਰ ਅੱਗੇ ਜਿਹੜੇ ਹੈਗੇ ਫਿਊਚਰ ਦੇ ਲਈ ਜੇ ਤੁਸੀਂ ਕਿਸੇ ਐਗਜ਼ਾਮ ਦੇ ਵਿੱਚ ਬੈਠਦੇ ਹੋ ਤਾਂ ਤੁਹਾਨੂੰ ਟੱਕ ਦੇ ਨੇ ਜਿਹੜੀ ਹੈਗੀ ਹੈ ਗੱਲ ਯਾਦ ਆ ਜੂਗੀ। ਮੈਂ ਇਹ ਸਰਚ ਕਰੀ ਸੀ ਹੈ ਨਾ ਵੀ ਇੱਦਾਂ ਇਹ ਕੁਐਸਚਨ ਸੀ, ਤਾਂ ਨਾਲ ਦੀ ਨਾਲ ਜਿਹੜਾ ਦਿਮਾਗ ਆਪਣਾ ਜਿਹੜਾ ਹੈਗਾ ਉਸ ਨੂੰ ਫੜ ਲੈਂਦਾ ਗੱਲ ਨੂੰ ਇੱਕ ਵਾਰ ਜਿਹੜੀ ਹੈਗੀ ਆਪਾਂ ਖੁਦ ਜਿਹੜੀ ਸਰਚ ਕਰੀ ਹੋਵੇ। ਚਲੋ ਜੀ ਹੁਣ ਆਪਾਂ ਆਪਣੀ ਇੰਪੋਰਟੈਂਟ ਨਿਊਜ਼ 'ਤੇ ਚੱਲਦੇ ਹਾਂ। ਪਹਿਲਾਂ ਆਪਾਂ ਡੇ ਦੇਖ ਲੈਂਦੇ ਹਾਂ। ਜਿਹੜਾ 24 ਜਨਵਰੀ ਦਾ ਡੇ ਹੈ ਇਹ ਦੇਖ ਲੈਂਦੇ ਹਾਂ। ਨੈਸ਼ਨਲ ਗਰਲ ਚਾਈਲਡ ਡੇ ਹੈ ਜੋ 24 ਜਨਵਰੀ ਨੂੰ ਸੈਲੀਬ੍ਰੇਟ ਕੀਤਾ ਜਾਂਦਾ। ਠੀਕ ਹੈ ਜੀ। ਤੇ ਹੁਣ ਆਪਾਂ ਜਾਂਦੇ ਹਾਂ 25 ਜਨਵਰੀ 'ਤੇ। 25 ਜਨਵਰੀ ਨੂੰ ਹੈ ਜੋ ਅੱਜ ਦੇ ਦਿਨ ਨੈਸ਼ਨਲ ਵੋਟਰਸ ਡੇ ਹੈ ਜੋ ਸੈਲੀਬ੍ਰੇਟ ਕੀਤਾ ਜਾਂਦਾ। ਇਸ ਵਾਰ ਦੀ ਇਸ ਦੀ ਜੋ ਥੀਮ ਹੈ ਕੀ ਦੇਖਣ ਨੂੰ ਮਿਲ ਰਹੀ ਹੈ? ਮੇਕਿੰਗ ਅਵਰ ਵੋਟਰਸ ਇੰਪਾਵਰਡ, ਵਿਜੀਲੈਂਟ, ਸੇਫ ਐਂਡ ਇਨਫੋਰਮ। ਠੀਕ ਹੈ। ਇਸ ਵਾਰ ਦੀ ਇਸ ਦੀ ਥੀਮ ਦੇਖਣ ਨੂੰ ਮਿਲ ਰਹੀ ਹੈ ਨੈਸ਼ਨਲ ਵੋਟਰਸ ਡੇ ਦੀ। ਹੋਰ ਕੀ ਇਸ ਦਿਨ ਦੇਖਣ ਨੂੰ ਮਿਲਦਾ? ਨੈਸ਼ਨਲ ਟੂਰਿਜ਼ਮ ਡੇ ਵੀ ਹੈ ਜੋ ਕਿੰਨੀ ਤਰੀਕ ਨੂੰ ਦੇਖਣ ਨੂੰ ਮਿਲਦਾ ਹੈ? 25 ਜਨਵਰੀ ਨੂੰ ਹੀ ਦੇਖਣ ਨੂੰ ਮਿਲਦਾ ਹੈ। ਤੇ ਜੇ ਗੱਲ ਕਰੀਏ ਵਰਲਡ ਟੂਰਿਜ਼ਮ ਡੇ ਹੈ ਇਹ ਕਿਹੜੇ ਦਿਨ ਦੇਖਣ ਨੂੰ ਮਿਲਦਾ ਹੈ? 27 ਸੈਪਟੰਬਰ ਨੂੰ ਹੈ ਵਰਲਡ ਟੂਰਿਜ਼ਮ ਡੇ ਦੇਖਣ ਨੂੰ ਮਿਲਦਾ ਹੈ। ਤੇ ਇਹ ਆਪਾਂ ਡਿਸਕਸ ਵੀ ਕਰਿਆ ਸੀਗਾ ਜਦੋਂ 27 ਸੈਪਟੰਬਰ ਸੀ। ਚਲੋ ਜੀ ਹੁਣ ਆਪਣੀ ਇੰਪੋਰਟੈਂਟ ਨਿਊਜ਼ 'ਤੇ ਚੱਲਦੇ ਹਾਂ। ਸ੍ਰਿਸ਼ਟੀ ਗੋਸਵਾਮੀ ਹੈ ਇਹ ਇੱਕ ਦਿਨ ਦੀ CM ਬਣੀ ਸੀ ਕਿੱਥੋਂ ਦੀ? ਉੱਤਰਾਖੰਡ ਦੀ। ਤੇ ਕਿਹੜੇ ਦਿਨ ਬਣੀ? ਇਹ ਬਣੀ ਹੈ ਜੀ ਜਿਹੜਾ ਆਪਾਂ ਹੁਣੇ ਡਿਸਕਸ ਕਰਕੇ ਹਟੇ ਹਾਂ ਨੈਸ਼ਨਲ ਗਰਲ ਚਾਈਲਡ ਡੇ ਹੈ ਜੋ 24 ਜਨਵਰੀ ਨੂੰ ਹੈ ਜੋ 24 ਜਨਵਰੀ ਨੂੰ ਆ ਸੈਲੀਬ੍ਰੇਟ ਕੀਤਾ ਜਾਂਦਾ। ਠੀਕ ਹੈ। ਇਸੇ ਦਿਨ ਹੀ ਜੋ ਇਹ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਇਹ ਇੱਕ ਦਿਨ ਦੀ ਜੋ ਉੱਤਰਾਖੰਡ ਦੀ ਹੈ CM ਬਣੇ ਸੀ। ਤੇ ਇਹ ਜੋ ਨੈਸ਼ਨਲ ਗਰਲ ਚਾਈਲਡ ਡੇ ਹੈ ਜੋ ਸੈਲੀਬ੍ਰੇਟ ਕੀਤਾ ਜਾਂਦਾ
ਇਹ ਇਨੀਸ਼ੀਏਟਿਵ ਕਿਸ ਦੁਆਰਾ ਉਠਾਇਆ ਜਾਂਦਾ, ਮਤਲਬ ਕਿ ਇਸ ਨੂੰ ਸੈਲੀਬ੍ਰੇਟ ਕਰਨ ਦਾ, ਤਾਂ ਮਿਨਿਸਟਰੀ ਆਫ ਵੂਮਨ ਐਂਡ ਚਾਈਲਡ ਡਿਵੈਲਪਮੈਂਟ ਦੁਆਰਾ ਜਿਹੜਾ ਹੈਗਾ ਇਹ ਸੈਲੀਬ੍ਰੇਟ ਕੀਤਾ ਜਾਂਦਾ ਹੈ। ਅਤੇ ਇਹ ਜੋ ਪ੍ਰੈਜੈਂਟ ਟਾਈਮ ਦੇ ਵਿੱਚ ਮਿਨਿਸਟਰੀ ਆਫ ਵੂਮਨ ਐਂਡ ਚਾਈਲਡ ਡਿਵੈਲਪਮੈਂਟ ਇਹ ਕਿਹਨਾਂ ਕੋਲ ਦੇਖਣ ਨੂੰ ਮਿਲਦੀ ਹੈ, ਸਿਮਰਤੀ ਇਰਾਨੀ ਜੀ ਕੋਲ ਹੈ। ਪ੍ਰੈਜੈਂਟ ਟਾਈਮ ਦੇ ਵਿੱਚ ਇਹ ਮਿਨਿਸਟਰੀ ਦੇਖਣ ਨੂੰ ਮਿਲਦੀ ਹੈ, ਠੀਕ ਹੈ ਜੀ। ਅਤੇ ਇਹ ਨਿਊਜ਼ ਇੰਪੋਰਟੈਂਟ ਹੋ ਜਾਂਦੀ ਹੈ, ਇਹਨਾਂ ਦਾ ਨਾਮ ਜ਼ਰੂਰ ਯਾਦ ਰੱਖਿਓ। ਸ੍ਰਿਸ਼ਟੀ ਗੋਸਵਾਮੀ ਹੈ ਜੋ ਇੱਕ ਦਿਨ ਦੇ ਲਈ ਕੀ ਬਣੀ, ਜਿਹੜੀ ਹੈਗੀ ਆ ਉੱਤਰਾਖੰਡ ਯਾਨੀ ਕਿ UK ਦੀ ਹੈ ਕੀ ਬਣੇ, CM ਬਣੇ, ਠੀਕ ਹੈ ਜੀ। ਸੰਡੇ ਦੇ ਦਿਨ ਸੀ, ਯਾਨੀ ਕਿ ਕੱਲ੍ਹ ਦਾ ਦਿਨ ਸੀ, ਕੱਲ੍ਹ ਦੇ ਦਿਨ ਲਈ ਇਹ ਇੱਕ ਦਿਨ ਦੇ ਲਈ ਕੀ ਸੀਗੇ, ਉੱਤਰਾਖੰਡ ਦੇ CM ਸੀ, ਠੀਕ ਹੈ। ਚਲੋ ਜੀ ਹੁਣ ਆਪਾਂ ਉੱਤਰਾਖੰਡ ਅਬਾਊਟ ਇੰਪੋਰਟੈਂਟ ਗੱਲਾਂ ਸਾਂਝੀਆਂ ਕਰ ਲੈਂਦੇ ਹਾਂ ਜਦੋਂ ਇਹਦਾ ਨਾਮ ਆਇਆ। ਪਹਿਲਾਂ ਤਾਂ ਆਪਾਂ ਮੈਪ 'ਤੇ ਦੇਖ ਲੈਂਦੇ ਹਾਂ ਉੱਤਰਾਖੰਡ ਦੀ ਲੋਕੇਸ਼ਨ ਕਿੱਥੇ ਦੇਖਣ ਨੂੰ ਮਿਲਦੀ ਹੈ। ਆ ਰਿਹਾ ਜੀ ਉੱਤਰਾਖੰਡ, ਅਤੇ ਇਸ ਦੇ ਨਾਲ ਜਿਹੜੀ ਬਾਉਂਡਰੀ ਸ਼ੇਅਰ ਕਰਦਾ ਹੈ ਇਹ ਕਿਹੜੀ ਸਟੇਟ ਦੇ ਨਾਲ ਟੱਚ ਕਰਦਾ, ਇੱਕ ਤਾਂ ਹਿਮਾਚਲ ਪ੍ਰਦੇਸ਼, ਠੀਕ ਹੈ ਜੀ, ਇੱਧਰੋਂ ਹੈ ਹਿਮਾਚਲ ਪ੍ਰਦੇਸ਼ ਦੇ ਨਾਲ ਟੱਚ ਕਰਦਾ, ਇੱਥੇ ਹਰਿਆਣੇ ਦੇ ਨਾਲ ਨਹੀਂ ਕਰਦਾ, ਇੱਥੇ ਕਰਦਾ UP ਦੇ ਨਾਲ ਕਰਦਾ, ਠੀਕ ਹੈ ਜੀ, ਉੱਤਰ ਪ੍ਰਦੇਸ਼ ਦੇ ਨਾਲ ਕਰਦਾ, ਅਤੇ ਇੱਧਰੋਂ ਇੰਟਰਨੈਸ਼ਨਲ ਬਾਉਂਡਰੀ ਸ਼ੇਅਰ ਨੇਪਾਲ ਦੇ ਨਾਲ ਹੋ ਰਹੀ ਹੈ, ਅਤੇ ਇੱਥੋਂ ਦੇਖ ਲਓ ਇਹ ਚਾਈਨਾ ਦੇ ਨਾਲ ਟੱਚ ਕਰ ਰਿਹਾ, ਠੀਕ ਹੈ ਜੀ। ਅਤੇ ਇਹ ਆਪਾਂ ਦੇਖ ਲਈਏ ਹੁਣ ਇਹਦੀ ਲੋਕੇਸ਼ਨ, ਅਤੇ ਹੁਣ ਆਪਾਂ ਦੇਖ ਲੈਂਦੇ ਹਾਂ ਇੱਥੋਂ ਦੇ CM ਕੌਣ ਦੇਖਣ ਨੂੰ ਮਿਲਦੇ ਹੈ। ਤਰਵਿੰਦਰ ਸਿੰਘ ਰਾਵਤ ਜੀ ਹੈ ਜੋ ਇੱਥੋਂ ਦੇ CM ਦੇਖਣ ਨੂੰ ਮਿਲਦੇ ਆ, ਅਤੇ ਜੋ ਗਵਰਨਰ ਨੇ ਉੱਤਰਾਖੰਡ ਦੇ ਬੇਬੀ ਰਾਣੀ ਮੌਰਿਆ ਜੋ ਇੱਥੋਂ ਦੇ ਗਵਰਨਰ ਦੇਖਣ ਨੂੰ ਮਿਲਦੇ ਆ। ਅਤੇ ਇੱਥੋਂ ਦੀ ਕੈਪੀਟਲ ਕਿਹੜੀ ਦੇਖਣ ਨੂੰ ਮਿਲਦੀਆਂ, ਇੱਥੋਂ ਦੀਆਂ 2 ਕੈਪੀਟਲ ਦੇਖਣ ਨੂੰ ਮਿਲਦੀਆਂ, ਇੱਕ ਤਾਂ ਦੇਹਰਾਦੂਨ ਦੇਖਣ ਨੂੰ ਮਿਲਦੀ ਹੈ, ਇੱਕ ਇੱਥੋਂ ਦੀ ਦੇਖਣ ਨੂੰ ਮਿਲਦੀ ਹੈ ਗੇਰਸੇਨ ਹੈ ਦੇਖਣ ਨੂੰ ਮਿਲਦੀ ਹੈ। ਅਤੇ ਜਿਹੜੀ ਇਹ ਦੇਹਰਾਦੂਨ ਹੈ ਇਹ ਹੈਗੀ ਆ ਵਿੰਟਰ ਕੈਪੀਟਲ ਹੈ, ਅਤੇ ਜੋ ਇਹ ਗੇਰਸੇਨ ਹੈ ਇਹ ਸਮਰ ਕੈਪੀਟਲ ਹੈ, ਠੀਕ ਹੈ ਜੀ। ਹੁਣ ਆਪਾਂ ਦੇਖ ਲੈਂਦੇ ਹਾਂ ਇੱਥੇ ਕਿਹੜੇ ਇੰਪੋਰਟੈਂਟ ਨੈਸ਼ਨਲ ਪਾਰਕ ਦੇਖਣ ਨੂੰ ਮਿਲਦੇ ਆ। ਇੱਕ ਤਾਂ ਦੇਖਣ ਨੂੰ ਮਿਲਦਾ ਰਾਜਾ ਜੀ ਨੈਸ਼ਨਲ ਪਾਰਕ ਹੈ, ਇੱਥੇ ਦੇਖਣ ਨੂੰ ਮਿਲਦਾ ਜਿਮ ਕਾਰਬੇਟ ਨੈਸ਼ਨਲ ਪਾਰਕ, ਠੀਕ ਹੈ। ਜਿਮ ਕਾਰਬੇਟ ਮੋਸਟ ਇੰਪੋਰਟੈਂਟ ਇੱਥੇ ਹੀ ਦੇਖਣ ਨੂੰ ਮਿਲਦਾ ਜਿਹੜਾ ਕਿ ਆਪਣੇ ਇੰਡੀਆ ਦਾ ਸਭ ਤੋਂ ਓਲਡੈਸਟ ਨੈਸ਼ਨਲ ਪਾਰਕ ਹੈ ਜਿਮ ਕਾਰਬੇਟ, ਠੀਕ ਹੈ ਜੀ। ਅਤੇ ਹੋਰ ਕਿਹੜਾ ਦੇਖਣ ਨੂੰ ਮਿਲਦਾ, ਗੋਬਿੰਦ ਪਸ਼ੂ ਵਿਹਾਰ ਨੈਸ਼ਨਲ ਪਾਰਕ ਵੀ ਇੱਥੇ ਹੀ ਦੇਖਣ ਨੂੰ ਮਿਲਦਾ, ਵੈਲੇ ਆਫ ਫਲਾਵਰ ਨੈਸ਼ਨਲ ਪਾਰਕ ਵੀ ਇੱਥੇ ਦੇਖਣ ਨੂੰ ਮਿਲਦਾ, ਨੰਦਾ ਦੇਵੀ ਨੈਸ਼ਨਲ ਪਾਰਕ ਵੀ ਇੱਥੇ ਹੀ ਦੇਖਣ ਨੂੰ ਮਿਲਦਾ, ਠੀਕ ਹੈ ਜੀ। ਅਤੇ ਗੰਗੋਤਰੀ ਨੈਸ਼ਨਲ ਪਾਰਕ ਵੀ ਹੈ ਜੋ ਆਪਾਂ ਨੂੰ ਇੱਥੇ ਹੀ ਦੇਖਣ ਨੂੰ ਮਿਲਦਾ ਹੈ। ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਜੋ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਹੈ ਉਹ ਵੀ ਆਪਾਂ ਨੂੰ ਇੱਥੇ ਹੀ ਦੇਖਣ ਨੂੰ ਮਿਲਦਾ ਹੈ। ਕਿਹੜੀ ਡਿਸਟ੍ਰਿਕਟ ਦੇ ਵਿੱਚ, ਚਮੋਲੀ ਡਿਸਟ੍ਰਿਕਟ ਦੇ ਵਿੱਚ, ਠੀਕ ਹੈ ਜੀ। ਚਮੋਲੀ ਡਿਸਟ੍ਰਿਕਟ ਦੇ ਵਿੱਚ ਹੈ ਜੋ ਇਹ ਦੇਖਣ ਨੂੰ ਮਿਲਦਾ ਹੈ ਉੱਤਰਾਖੰਡ ਦੇ ਵਿੱਚ, ਇਹ ਵੀ ਗੱਲ ਯਾਦ ਰੱਖਿਓ। ਅਤੇ ਹੋਰ ਕਾਹਦੇ ਲਈ ਫੇਮਸ ਹੈ, ਇੱਕ ਹੈਗਾ 4 ਧਾਮ, ਤੁਸੀਂ ਸੁਣਿਆ ਹੋਊਗਾ 4 ਧਾਮ, ਠੀਕ ਹੈ, 4 ਧਾਮ ਯਾਤਰਾ ਕਾਫੀ ਫੇਮਸ ਹੈ, ਇਸ ਦੇ ਅਬਾਊਟ ਯਾਦ ਰੱਖਿਓ ਵੀ ਇੱਥੋਂ ਦੀ ਫੇਮਸ ਹੈ। ਕਾਹਦੇ ਲਈ ਇਹ 4 ਧਾਮ ਦਾ ਮਤਲਬ ਕੀ ਹੈ, 4 ਧਾਮ ਦਾ ਮਤਲਬ ਹੈ ਜਰਨੀ ਟੂ 4 ਸੈਂਟਰਸ, ਠੀਕ ਹੈ, ਜਰਨੀ ਟੂ 4 ਸੈਂਟਰ। ਅਤੇ ਕਿਹੜੇ ਇਹ 4 ਸੈਂਟਰ ਹੈ ਆਪਾਂ ਉਹ ਦੇਖ ਲੈਂਦੇ ਹਾਂ, ਠੀਕ ਹੈ। ਮਤਲਬ ਕਿ ਇੱਕ ਹਿਸਾਬ ਦੇ ਇਹ ਰਿਲੀਜੀਅਸ ਸੈਂਟਰ ਹੈ, ਕਿਹੜੇ, ਇੱਕ ਤਾਂ ਹੋ ਗਿਆ ਬਦਰੀਨਾਥ, ਠੀਕ ਹੈ, ਬਦਰੀਨਾਥ ਇਹ ਕਿਹਨੂੰ ਡੈਡੀਕੇਟਡ ਹੈ, ਪੁੱਛ ਲਿਆ ਜਾਂਦਾ ਵੀ ਬਦਰੀਨਾਥ ਕਿਸ ਨੂੰ ਡੈਡੀਕੇਟਡ ਹੈ, ਤਾਂ ਇਹ ਡੈਡੀਕੇਟਡ ਹੈ ਟੂ ਲਾਰਡ ਵਿਸ਼ਨੂੰ, ਠੀਕ ਹੈ ਜੀ, ਵਿਸ਼ਨੂੰ ਨੂੰ ਹੈ, ਲਾਰਡ ਵਿਸ਼ਨੂੰ ਨੂੰ ਹੈ ਜੋ ਇਹ ਡੈਡੀਕੇਟਡ ਹੈ ਬਦਰੀਨਾਥ। ਹੋਰ ਪੁੱਛਿਆ ਜਾਂਦਾ ਕੇਦਾਰਨਾਥ, ਤਾਂ ਇਹ ਕਿਹਨੂੰ ਡੈਡੀਕੇਟਡ ਹੈ, ਤਾਂ ਇਹ ਹੈ ਜੀ ਲਾਰਡ ਸ਼ਿਵਾ ਨੂੰ, ਠੀਕ ਹੈ ਜੀ, ਲਾਰਡ ਸ਼ਿਵਾ ਨੂੰ ਜੋ ਹੈ ਕੇਦਾਰਨਾਥ ਇਹ ਡੈਡੀਕੇਟਡ ਹੈ। ਹੋਰ ਕੀ ਇੱਥੇ ਦੇਖਣ ਨੂੰ ਮਿਲਦਾ ਗੰਗੋਤਰੀ, ਠੀਕ ਹੈ ਜੀ, ਗੰਗੋਤਰੀ ਇਹ ਕੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ, ਇਹ ਓਰੀਜਨ ਆਫ ਗੰਗਾ ਹੈ, ਠੀਕ ਹੈ ਜੀ, ਇੱਥੋਂ ਹੀ ਜੋ ਹੈ ਗੰਗਾ ਦੀ ਉਤਪੱਤੀ ਹੁੰਦੀ ਹੈ। ਨੈਕਸਟ ਕੀ ਦੇਖਣ ਨੂੰ ਮਿਲਦਾ ਯਮੁਨੋਤਰੀ, ਠੀਕ ਹੈ, ਯਮੁਨੋਤਰੀ ਇਸ ਤਰ੍ਹਾਂ ਇਹਨਾਂ ਦੇ ਨਾਮ ਤੋਂ ਹੀ ਕਲੀਅਰ ਹੈ ਗੰਗੋਤਰੀ ਗੰਗਾ ਦਾ ਓਰੀਜਨ ਹੈ। ਯਮੁਨੋਤਰੀ ਇਹ ਕੀ ਹੈ, ਓਰੀਜਨ ਆਫ ਰਿਵਰ ਯਮੁਨਾ, ਠੀਕ ਹੈ ਜੀ, ਇਹ ਕੀ ਹੈ ਯਮੁਨਾ ਰਿਵਰ ਦਾ ਕੀ ਹੈ ਓਰੀਜਨ ਪੁਆਇੰਟ ਹੈ ਇਹ ਚੀਜ਼, ਠੀਕ ਹੈ। 4 ਧਾਮ ਕਿਸ ਨੂੰ ਕਿਹਾ ਜਾਂਦਾ, ਹੁਣ ਤੁਹਾਨੂੰ ਸਮਝ ਲੱਗ ਗਿਆ ਹੋਊਗਾ, ਜੇ ਇੱਥੋਂ ਕੋਈ ਕੁਐਸਚਨ ਬਣਦਾ ਤਾਂ ਈਜ਼ੀਲੀ ਟਿਕ ਕਰ ਦੋਗੇ। ਹੋਰ ਵੀ ਗੱਲਾਂ ਡਿਸਕਸ ਕਰ ਲੈਂਦੇ ਹਾਂ, ਜੋ ਇੱਥੇ ਇੱਕ ਹੋਰ ਰੀਸੈਂਟ ਵੀ ਇੱਕ ਨਿਊਜ਼ ਬਣੀ ਹੈ, ਅੱਗੇ ਜਾ ਕੇ ਆਪਾਂ ਉਹ ਡਿਸਕਸ ਜ਼ਰੂਰ ਕਰਾਂਗੇ, ਠੀਕ ਹੈ ਜੀ, ਉਹ ਉੱਥੇ ਡਿਸਕਸ ਕਰ ਲਾਂਗੇ। ਚਲੋ ਹੋਰ ਬਾਕੀ ਦੀਆਂ ਗੱਲਾਂ ਡਿਸਕਸ ਕਰ ਲੈਂਦੇ ਹਾਂ। ਇੱਕ ਤੁਹਾਨੂੰ ਆਪਾਂ ਡਿਸਕਸ ਕੀਤਾ ਸੀ ਜੋ ਮੌਸ ਗਾਰਡਨ ਹੈ ਉਹ ਵੀ ਕਿੱਥੇ ਦੇਖਣ ਨੂੰ ਮਿਲ ਰਿਹਾ, ਉੱਤਰਾਖੰਡ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਠੀਕ ਹੈ ਜੀ, ਇੱਥੇ ਹੀ ਬਣਾਇਆ ਜਾਊਗਾ। ਅਤੇ ਇੱਕ ਆਪਾਂ ਹੁਣੀ ਜੇ ਪਾਰਕ ਇੱਕ ਹੋਰ ਕਰਿਆ ਸੀਗਾ, ਕਿਹੜਾ ਸੀ, ਪੋਲੀਨੇਟਰ ਪਾਰਕ, ਜਿਹੜਾ ਕਿ ਉਹ ਸੀਗਾ ਨਾ ਬੀਜ਼ ਵਗੈਰਾ ਵਾਲਾ ਜਾਂ ਬਟਰਫਲਾਈ ਵਾਲਾ, ਠੀਕ ਹੈ, ਉਹਦੇ ਨਾਲ ਰਿਲੇਟਡ ਹੈ ਇਹ। ਇੱਥੇ ਇੱਕ ਆਪਾਂ ਨੂੰ ਹੋਰ ਦੇਖਣ ਨੂੰ ਮਿਲਿਆ ਸੀ ਇਕੋ ਫਰੈਂਡਲੀ ਬ੍ਰਿਜ ਹੈ ਜੋ ਬਣਾਇਆ ਗਿਆ ਸੀ, ਠੀਕ ਹੈ, ਇਕੋ ਫਰੈਂਡਲੀ ਵਿਲੇਜ ਜਿਵੇਂ ਗਲੈਰੀ ਹੋ ਗਈ ਜਾਂ ਬਾਂਦਰ ਵਗੈਰਾ ਹੋ ਗਏ ਉਹਨਾਂ ਦੇ ਟੱਪਣ ਲਈ ਜੋ ਹੈ ਇੱਦਾਂ ਦਾ ਬ੍ਰਿਜ ਬਣਾਇਆ ਗਿਆ ਸੀ, ਠੀਕ ਹੈ। ਇਹ ਕੀ ਤੋਂ ਬਣਾਇਆ ਸੀ,
ਜਾਣੀ ਕਿ ਜਿਹੜਾ ਬਾਂਸ ਹੁੰਦਾ, ਬਾਂਸ ਤੋਂ ਇਹ ਬਣਾਇਆ ਗਿਆ ਸੀ। ਈਕੋ ਫਰੈਂਡਲੀ ਬ੍ਰਿਜ ਤਾਂ ਹੀ ਇਸ ਦਾ ਨਾਮ ਰੱਖਿਆ ਗਿਆ। ਅਤੇ ਜੋ ਫਸਟ ਆਪਾਂ ਕਹਿ ਦਈਏ ਫਸਟ ਲਾਈਕਨ ਪਾਰਕ ਵੀ ਹੈ ਜੋ ਕਿੱਥੇ ਬਣਾਇਆ ਗਿਆ, ਇੱਥੇ ਹੀ ਉੱਤਰਾਖੰਡ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ। ਅਤੇ ਆਪਾਂ ਗੱਲ ਕਰੀਏ ਗਲਾਸ ਫਲੋਰ ਦੀ, ਠੀਕ ਹੈ, ਜੋ ਗਲਾਸ ਫਲੋਰ ਬਣਾਇਆ ਗਿਆ ਉਹ ਵੀ ਇੱਥੇ ਬਣਾਇਆ ਗਿਆ। ਜੋ ਓਲਡੈਸਟ ਝੂਲਾ ਸੀ, ਠੀਕ ਹੈ, ਕਿਹੜਾ ਸੀ, ਲਕਸ਼ਮਣ ਝੂਲਾ ਸੀ, ਉਸ ਨੂੰ ਤੋੜ ਕੇ ਹੈ ਜੋ ਇਹ ਗਲਾਸ ਫਲੋਰ ਹੈ ਇੱਥੇ ਬਣਾਇਆ ਗਿਆ ਰਿਸ਼ੀਕੇਸ਼ ਦੇ ਵਿੱਚ, ਠੀਕ ਹੈ, ਰਿਸ਼ੀਕੇਸ਼ ਦੇ ਵਿੱਚ ਹੈ, ਉੱਤਰਾਖੰਡ ਦੇ ਵਿੱਚ ਹੈ ਜੋ ਇਹ ਬਣਾਇਆ ਗਿਆ। ਠੀਕ ਹੈ ਜੀ, ਆਪਾਂ ਸਾਰੇ ਜਿਹੜੇ ਹੈਗੇ ਇੰਪੋਰਟੈਂਟ ਜਿਹੜੀਆਂ ਚੀਜ਼ਾਂ ਸੀ ਇੱਥੇ ਆਪਾਂ ਡਿਸਕਸ ਕਰ ਲਈਆਂ। ਜੇ ਇੱਥੋਂ ਕੁਐਸਚਨ ਬਣਦਾ ਤਾਂ ਤੁਸੀਂ ਈਜ਼ੀਲੀ ਮੈਨੂੰ ਲੱਗਦਾ ਟਿਕ ਕਰ ਦੋਗੇ। ਅਤੇ ਹੋਰ ਵੀ ਜੇ ਕੋਈ ਇੱਦਾਂ ਦੀ ਜਿਹੜੀ ਰੀਸੈਂਟ ਨਿਊਜ਼ ਦੇ ਵਿੱਚ ਗੱਲਬਾਤ ਹੁੰਦੀ ਹੈ ਆਪਣੇ ਤੋਂ ਰਹਿ ਜਾਂਦੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਦਿਆ ਕਰੋ ਵੀ ਇਹ ਇਸ ਨਾਲ ਰਿਲੇਟਡ ਆਪਣੀ ਗੱਲਬਾਤ ਹੈ ਜੋ ਰਹਿ ਗਈ। ਠੀਕ ਹੈ ਜੀ, ਅਤੇ ਮੈਂ ਪੂਰੀ ਕੋਸ਼ਿਸ਼ ਕਰਦਾ ਵੀ ਸਾਰੀਆਂ ਗੱਲਾਂ ਹੀ ਡਿਸਕਸ ਕਰ ਲਈਆਂ ਜਾਣ। ਹੁਣ ਆਪਾਂ ਨੈਕਸਟ ਨਿਊਜ਼ 'ਤੇ ਚੱਲਦੇ ਹਾਂ। ਆਹ ਦੇਖੋ ਅਗਲੀ ਨਿਊਜ਼ ਫਿਰ ਇਹ ਉੱਤਰਾਖੰਡ ਦੇ ਨਾਲ ਹੈ, ਇਹ ਵੀ ਇਸੇ ਖਾਨੇ ਦੇ ਵਿੱਚ ਨੋਟ ਕਰ ਲਿਓ। ਇੱਥੋਂ ਦੇ ਜੋ CM ਨੇ ਤਰਵਿੰਦਰ ਸਿੰਘ ਰਾਵਤ ਜੀ, ਉਹਨਾਂ ਦੁਆਰਾ ਕੀ ਲਾਂਚ ਕਰਿਆ ਗਿਆ, ਫਸਟ ਚਾਈਲਡ ਫਰੈਂਡਲੀ ਪੁਲਿਸ ਸਟੇਸ਼ਨ, ਜਿਹੜਾ ਉੱਤਰਾਖੰਡ ਦਾ ਫਸਟ ਜਿਹੜਾ ਹੈਗਾ ਚਾਈਲਡ ਫਰੈਂਡਲੀ ਪੁਲਿਸ ਸਟੇਸ਼ਨ ਹੈ ਜਿਹੜਾ ਇਹ ਇਨੋਗਰੇਟ ਕੀਤਾ ਗਿਆ। ਇਸ ਤੋਂ ਪਹਿਲਾਂ ਫਸਟ ਜਿਹੜਾ ਆਪਾਂ ਕਹਿ ਦਈਏ ਫਸਟ ਜਿਹੜਾ ਹੈਗਾ ਚਾਈਲਡ ਫਰੈਂਡਲੀ ਪੁਲਿਸ ਸਟੇਸ਼ਨ ਕਿੱਥੇ ਕੀਤਾ ਗਿਆ ਸੀ, ਪੂਨੇ ਦੇ ਵਿੱਚ। ਆਪਾਂ ਨਿਊਜ਼ ਵੀ ਡਿਸਕਸ ਕਰੀ ਸੀ, ਸ਼ਾਇਦ ਨਵੰਬਰ ਦਸੰਬਰ ਦੇ ਵਿੱਚ ਹੈ ਇਹ ਨਿਊਜ਼ ਡਿਸਕਸ ਕਰੀ ਸੀ। ਪੂਨੇ ਮਹਾਰਾਸ਼ਟਰ ਦੇ ਵਿੱਚ ਹੈ ਜੋ ਇਹ ਇਨੋਗਰੇਟ ਕੀਤਾ ਗਿਆ ਸੀ ਫਸਟ ਚਾਈਲਡ ਫਰੈਂਡਲੀ ਪੁਲਿਸ ਸਟੇਸ਼ਨ। ਅਤੇ ਇਸ ਦੇ ਵਿੱਚ ਹੋਇਆ, ਇਸ ਦਾ ਨਾਮ ਵੀ ਇੰਪੋਰਟੈਂਟ ਹੁੰਦਾ, ਯਾਦ ਰੱਖਿਓ, ਬਾਲ ਮਿੱਤਰਾ ਪੁਲਿਸ ਥਾਣਾ ਜੋ ਹੈ ਇਹ ਬਣਾਇਆ ਗਿਆ ਉੱਤਰਾਖੰਡ ਦੇ ਵਿੱਚ। ਜਾਂ ਤਾਂ ਨਾਮ ਲਿਖ ਕੇ ਆ ਜਾਊਗਾ ਜਾਂ ਪੁੱਛ ਲੈਣਗੇ ਵੀ ਉੱਤਰਾਖੰਡ ਦੇ ਵਿੱਚ ਜੋ ਚਾਈਲਡ ਫਰੈਂਡਲੀ ਪੁਲਿਸ ਸਟੇਸ਼ਨ ਬਣਿਆ ਉਸ ਦਾ ਨਾਮ ਕੀ ਹੈ, ਇਹ ਯਾਦ ਰੱਖਿਓ। ਜਾਂ ਪੁੱਛ ਲੈਣਗੇ ਫਸਟ ਜੋ ਚਾਈਲਡ ਫਰੈਂਡਲੀ ਪੁਲਿਸ ਸਟੇਸ਼ਨ ਬਣਿਆ ਤਾਂ ਉਹ ਕਿੱਥੇ ਬਣਿਆ, ਪੂਨਾ ਮਹਾਰਾਸ਼ਟਰ ਦੇ ਵਿੱਚ ਬਣਿਆ। ਠੀਕ ਹੈ ਜੀ, ਅਤੇ ਇਹ ਕੀ ਆ, ਜਿਹੜੇ ਜਵਾਕ ਹੁੰਦੇ ਆ, ਠੀਕ ਆ, ਉਹਨਾਂ ਤੋਂ ਕੋਈ ਇੱਦਾਂ ਦਾ ਕ੍ਰਾਈਮ ਹੋ ਜਾਂਦਾ ਜਾਂ ਉਹਨਾਂ ਦੇ ਲਈ ਹੈ ਜੋ ਇੱਦਾਂ ਦੇ ਬਣਾਏ ਜਾ ਰਹੇ ਆ, ਸਾਰਾ ਕੁਛ ਇਹਦੇ ਵਿੱਚ ਖਿਡੌਣੇ ਵਗੈਰਾ, ਠੀਕ ਹੈ, ਸਾਰਾ ਕੁਛ ਹੋਊਗਾ। ਠੀਕ ਹੈ, ਉਹਨਾਂ ਦੇ ਮਤਲਬ ਜੋ ਜਵਾਕ ਦੇ ਲੈਵਲ ਦਾ ਹੁੰਦਾ ਉਹ ਚੀਜ਼ਾਂ ਜੋ ਇੱਥੇ ਹੈ ਪ੍ਰੋਵਾਈਡ ਕੀਤੀਆਂ ਜਾਣਗੀਆਂ। ਠੀਕ ਹੈ, ਇੱਦਾਂ ਦੀ ਗੱਲ ਕੀਤੀ ਜਾ ਰਹੀ ਹੈ। ਅਤੇ ਆਪਾਂ ਉੱਤਰਾਖੰਡ ਦੇ ਨਾਲ ਸਾਰਾ ਕੁਛ ਜੋ ਮੇਨ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਉਹ ਆਪਾਂ ਪਿੱਛੇ ਜੋ ਹੈ ਡਿਸਕਸ ਕਰ ਲਈਆਂ। ਹੁਣ ਆਪਾਂ ਚੱਲਦੇ ਹਾਂ ਨੈਕਸਟ ਨਿਊਜ਼ 'ਤੇ। ਨੇਮਡ ਅਭਿਉਦਿਆ, ਠੀਕ ਹੈ, ਅਭਿਉਦਿਆ ਜੋ ਹੈ ਇਹ ਫ੍ਰੀ ਕੋਚਿੰਗ ਫੈਸਿਲਿਟੀ ਹੈ, ਕਿਹੜੀ ਸਟੇਟ ਦੇ ਵਿੱਚ ਹੈ ਜੋ ਇਹ ਲਾਂਚ ਹੋਣ ਜਾ ਰਹੀ ਹੈ। ਠੀਕ ਹੈ, ਇਹ ਜੋ ਪ੍ਰੋਗਰਾਮ ਲਾਂਚ ਹੋਣ ਜਾ ਰਿਹਾ ਹੈ UP ਦੇ ਵਿੱਚ ਹੈ, ਜੋ ਉੱਤਰ ਪ੍ਰਦੇਸ਼ ਦੇ ਵਿੱਚ ਹੈ ਇਹ ਹੋਣ ਜਾ ਰਿਹਾ ਹੈ। ਠੀਕ ਹੈ ਜੀ, ਉੱਥੋਂ ਦੇ CM ਆ ਤਸਵੀਰ 'ਚ ਦੇਖ ਹੀ ਸਕਦੇ ਹੋ ਕੌਣ ਹੈ, ਯੋਗੀ ਆਦਿੱਤਿਆਨਾਥ ਜੀ ਹੈ। ਇਹਨਾਂ ਨੇ ਸੰਡੇ ਨੂੰ, ਠੀਕ ਹੈ, ਕੱਲ੍ਹ ਹੀ ਅਨਾਊਂਸ ਕਰਿਆ ਸੀ ਵੀ ਜੋ ਜਿਹੜੇ CDS ਵਗੈਰਾ ਜਾਂ UPSC ਵਗੈਰਾ ਦੀ ਤਿਆਰੀ ਕਰਦੇ ਆ ਉਹਨਾਂ ਦੇ ਲਈ ਹੈ ਜੋ ਫ੍ਰੀ ਕੋਚਿੰਗ ਫੈਸਿਲਿਟੀ ਹੈ, ਠੀਕ ਹੈ, ਇਹ ਨਾਮ ਰੱਖਿਆ ਗਿਆ ਅਭਿਉਦਿਆ, ਇਹ ਸਟਾਰਟ ਕਰੀ ਜਾਊਗੀ। ਠੀਕ ਹੈ, ਇੱਦਾਂ ਦੀ ਇੱਕ ਆਪਾਂ ਹੋਰ ਸਕੀਮ ਦੇਖੀ ਸੀ ਜੇ ਤੁਹਾਨੂੰ ਯਾਦ ਹੋਵੇ, 1 ਸਕੂਲ 1 IS। ਠੀਕ ਹੈ, ਇਹ ਕਿਹੜੀ ਸਟੇਟ ਦੇ ਵਿੱਚ ਕਰੀ ਗਈ ਸੀ, ਤਾਂ ਇਸ ਦਾ ਆਨਸਰ ਕੀ ਹੋਏਗਾ, ਕੇਰਲਾ ਦੇ ਵਿੱਚ ਸਟਾਰਟ ਕਰੀ ਗਈ ਸੀ। ਰੀਸੈਂਟਲੀ ਥੋੜ੍ਹੇ ਦਿਨ ਪਹਿਲਾਂ ਨਿਊਜ਼ ਦੇ ਵਿੱਚ ਸੀ, ਆਪਾਂ ਇਸ ਦੇ ਅਬਾਊਟ ਡਿਸਕਸ ਵੀ ਕਰਿਆ ਸੀ। ਜੇ ਤੁਹਾਨੂੰ ਇਹ ਤੁਸੀਂ ਨਵੇਂ ਜੁੜੇ ਹੋ ਤਾਂ ਤੁਸੀਂ ਮੇਰੀਆਂ ਪਿਛਲੀਆਂ ਕਲਾਸਾਂ ਵੀ ਜਾ ਕੇ ਦੇਖ ਸਕਦੇ ਹੋ। ਠੀਕ ਹੈ, ਉਸ ਦੇ ਵਿੱਚ ਵੀ ਆਪਾਂ ਕਾਫੀ ਜਿਹੜੀਆਂ ਹੈਗੀਆਂ ਜੋ ਸਟੇਟ ਨੇ ਰੋਜ਼ ਦੀ ਰੋਜ਼ ਡਿਸਕਸ ਵੈਸੇ ਤਾਂ ਮੈਂ ਕਰਦਾ ਹੀ ਰਹਿਣਾ, ਫਿਰ ਵੀ ਕਈ ਗੱਲਾਂ ਜਿਹੜੀਆਂ ਹੈਗੀਆਂ ਨਹੀਂ ਡਿਸਕਸ ਕਰ ਪਾਉਂਦਾ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਜਾਂਦੀ ਹੈ, ਤਾਂ ਕਰਕੇ ਹੈ ਜੋ ਉਹ ਚੀਜ਼ਾਂ ਤੁਸੀਂ ਪਿਛਲੇ ਲੈਕਚਰ ਜਾ ਕੇ ਦੇਖ ਸਕਦੇ ਹੋ। ਠੀਕ ਹੈ ਜੀ, ਅਤੇ ਜੋ UP ਦਾ ਨਾਮ ਆਇਆ ਇਹ ਵੀ ਮੈਂ ਥੋੜ੍ਹੇ ਦਿਨ ਪਹਿਲਾਂ ਕੱਲ੍ਹ ਹੀ ਪਤਾ ਨਹੀਂ ਪਰਸੋਂ ਡਿਸਕਸ ਕਰਕੇ ਹਟਿਆਗਾ। ਇੱਥੋਂ ਦੇ CM ਮੈਂ ਦੱਸ ਹੀ ਦਿੱਤਾ ਯੋਗੀ ਆਦਿੱਤਿਆਨਾਥ ਜੀ ਹੈ, ਗਵਰਨਰ ਹੈ ਇੱਥੋਂ ਦੇ ਆਨੰਦੀਬੇਨ ਪਟੇਲ ਜੀ ਦੇਖਣ ਨੂੰ ਮਿਲਦੇ ਆ। ਅਤੇ ਰੀਸੈਂਟਲੀ ਇੱਥੇ ਹੁਨਰ ਹਾਥ ਹੈ, ਜੋ ਹੁਨਰ ਹਾਥ ਹੈ ਉਹ ਵੀ ਚੱਲ ਰਿਹਾ। ਹੁਨਰ ਹਾਥ ਦੇ ਵਿੱਚ ਕੀ ਹੈ, ਇੱਕ ਹਿਸਾਬ ਦੀ ਐਗਜ਼ੀਬਿਸ਼ਨ ਲਗਾਈ ਜਾਂਦੀ ਹੈ, ਜੋ ਹੈਂਡਕ੍ਰਾਫਟ ਚੀਜ਼ਾਂ ਹੁੰਦੀਆਂ, ਠੀਕ ਹੈ, ਉਸ ਦੀ ਐਗਜ਼ੀਬਿਸ਼ਨ ਲਗਾਈ ਜਾਂਦੀ ਹੈ ਅਤੇ ਉਸ ਨੂੰ ਸੇਲ ਵੀ ਕਰਿਆ ਜਾਂਦਾ। ਵੱਖ ਸਟੇਟਾਂ ਤੋਂ ਹੈ ਜੋ ਇਹਨਾਂ ਨੇ ਬੁਲਾਇਆ ਸੀ, ਲਗਭਗ 31 ਸਟੇਟ ਸੀ ਜਿਨ੍ਹਾਂ ਤੋਂ ਇਹਨਾਂ ਨੇ ਬੁਲਾਇਆ ਸੀਗਾ। ਠੀਕ ਹੈ, ਉੱਥੇ ਹੈਂਡਕ੍ਰਾਫਟ ਜੋ ਚੀਜ਼ਾਂ ਸੀ ਉਹਨਾਂ ਦੀ ਐਗਜ਼ੀਬਿਸ਼ਨ ਲਗਾਈ ਜਾ ਰਹੀ ਹੈ ਅਤੇ ਉਹਨਾਂ ਦਾ ਜਿਹੜਾ ਹੈਗਾ ਸੇਲ ਵੀ ਕੀਤਾ ਜਾ ਰਿਹਾ। ਠੀਕ ਹੈ ਜੀ, ਅਤੇ ਇੱਥੋਂ ਦੀ ਜੋ ਕੈਪੀਟਲ ਹੈ ਤੁਹਾਨੂੰ ਪਤਾ ਹੀ ਹੈ, ਲਖਨਊ ਇੱਥੋਂ ਦੀ ਕੈਪੀਟਲ ਦੇਖਣ ਨੂੰ ਮਿਲਦੀ ਹੈ। ਲੈਦਰ ਪਾਰਕ ਵੀ ਇੱਥੇ ਸੈਟਅਪ ਕੀਤਾ ਜਾ ਰਿਹਾ ਅਤੇ ਜੋ ਫਿਲਮ ਸਿਟੀ ਹੈ ਨੋਇਡਾ ਦੇ ਵਿੱਚ ਉਹ ਵੀ ਇੱਥੇ ਹੀ ਸੈਟਅਪ ਹੋ ਰਹੀ ਹੈ। ਠੀਕ ਹੈ ਜੀ, ਹੋਰ ਵੀ ਜਿਹੜੀਆਂ ਗੱਲਾਂ UP ਦੇ ਨਾਲ ਤੁਹਾਨੂੰ ਯਾਦ ਆ ਜਾਣ ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖ ਦਿਓ। ਹੁਣ ਆਪਾਂ ਚੱਲਦੇ ਹਾਂ ਨੈਕਸਟ ਨਿਊਜ਼ 'ਤੇ। ਜਦੋਂ ਇਹ ਗਲੋਬਲ ਰਿਸਕ ਰਿਪੋਰਟ ਹੈ 2021 ਦੀ ਇਹ ਰਿਲੀਜ਼ ਕੀਤੀ ਗਈ ਹੈ, ਕਿਹਦੇ ਦੁਆਰਾ ਰਿਲੀਜ਼ ਕੀਤੀ ਹੈ, ਵਰਲਡ ਇਕਨੋਮਿਕ
ਫਰਮ ਦੁਆਰਾ ਜੋ ਹੈ ਇਹ ਰਿਲੀਜ਼ ਕੀਤੀ ਗਈ ਹੈ। ਠੀਕ ਹੈ, ਵਰਲਡ ਇਕਨੋਮਿਕ ਫੋਰਮ ਦੁਆਰਾ ਇਹ ਰਿਲੀਜ਼ ਕਰੀ ਗਈ ਹੈ। ਇਸ ਦੇ ਵਿੱਚ ਕੀ ਕਿਹਾ ਜਾ ਰਿਹਾ, ਆਪਾਂ ਨੂੰ ਨਾਮ ਤੋਂ ਕਲੀਅਰ ਹੋ ਰਿਹਾ ਰਿਸਕ ਰਿਪੋਰਟ, ਯਾਨੀ ਕਿ ਜੋ 2021 ਦੇ ਵਿੱਚ ਖਤਰੇ ਨੇ ਉਹਨਾਂ ਬਾਰੇ ਜੋ ਹੈ ਇਸ ਰਿਪੋਰਟ ਦੁਆਰਾ ਜਾਣੂ ਕਰਾਇਆ ਗਿਆ ਵੀ ਕੀ ਆਪਾਂ ਨੂੰ ਆਉਣ ਵਾਲੇ ਕੀ ਕਲਾਈਮੇਟ ਦੁਆਰਾ ਜਿਹੜਾ ਹੈਗਾ ਆਪਾਂ ਨੂੰ ਖਤਰਾ ਪੈਦਾ ਹੋ ਸਕਦਾ, ਕੀ ਜਿਹੜੀ ਬਿਮਾਰੀ ਆ ਉਸ ਦੇ ਨਾਲ ਕੀ ਹੈ ਖਤਰੇ ਆ, ਹੈ ਨਾ। ਇਹਨਾਂ ਜਿਹੜਾ ਹੈਗਾ ਖਤਰਿਆਂ ਦਾ ਜਿਹੜਾ ਹੈ 16th ਐਡੀਸ਼ਨ ਆਇਆ, ਠੀਕ ਹੈ, ਗਲੋਬਲ ਰਿਸਕ ਰਿਪੋਰਟ ਦਾ, ਇਹ ਇਹਨਾਂ ਦੁਆਰਾ ਜਿਹੜਾ ਹੈਗਾ ਰਿਲੀਜ਼ ਕਰਿਆ ਗਿਆ। ਠੀਕ ਹੈ, ਇਹ ਯਾਦ ਰੱਖਿਓ। ਹੁਣ ਵਰਲਡ ਇਕਨੋਮਿਕ ਫੋਰਮ ਦਾ ਨਾਮ ਆਇਆ ਤਾਂ ਵਰਲਡ ਇਕਨੋਮਿਕ ਫੋਰਮ ਦੇ ਨਾਲ ਵੀ ਆਪਾਂ ਜਿਹੜੀਆਂ ਗੱਲਾਂ ਸਾਂਝੀਆਂ ਕਰ ਲੈਂਦੇ ਹਾਂ। ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਜੋ ਵਰਲਡ ਇਕਨੋਮਿਕ ਦੀ ਫਾਰਮੇਸ਼ਨ ਹੈ ਇਹ ਹੋਈ ਸੀ, ਠੀਕ ਹੈ, 1971 ਦੇ ਵਿੱਚ ਹੈ ਜੋ ਇਸ ਦੀ ਫਾਰਮੇਸ਼ਨ ਹੋਈ ਸੀ। ਪ੍ਰੈਜ਼ੈਂਟ ਦੇ ਵਿੱਚ ਜੋ ਇਸ ਦੇ ਹੈੱਡ ਦੇਖਣ ਨੂੰ ਮਿਲਦੇ ਆ, ਇਹ ਦੇਖਣ ਨੂੰ ਮਿਲਦੇ ਆ ਕਲੌਸ ਸਚਵਾਬ। ਠੀਕ ਹੈ ਜੀ, ਜੋ ਕਲੌਸ ਸਚਵਾਬ ਹੈ, SCH ਸਚਵਾਬ ਹੈ, ਇੱਥੋਂ ਦੇ ਹੈੱਡ ਦੇਖਣ ਨੂੰ ਮਿਲਦੇ ਆ। ਇਸ ਦਾ ਮੋਟੋ ਕੀ ਦੇਖਣ ਨੂੰ ਮਿਲਦਾ ਹੈ, ਇਸ ਦਾ ਮੋਟੋ ਹੈ ਕਮਿਟਡ ਟੂ ਇੰਪਰੂਵਿੰਗ ਦਾ ਸਟੇਟ ਆਫ ਵਰਲਡ। ਠੀਕ ਹੈ, ਇਹ ਇਸ ਦਾ ਮੋਟੋ ਦੇਖਣ ਨੂੰ ਮਿਲਦਾ ਹੈ। ਅਤੇ ਇਸ ਦੇ ਅਬਾਊਟ ਹੋਰ ਵੀ ਜਿਹੜੀਆਂ ਇੰਪੋਰਟੈਂਟ ਆਪਾਂ ਗੱਲਾਂ ਦੇਖ ਲੈਂਦੇ ਹਾਂ। ਇਸ ਦੀ ਇੱਕ ਨਾ ਐਨੂਅਲ ਮੀਟ ਹੁੰਦੀ ਹੈ, ਇੱਕ ਐਨੂਅਲ ਮੀਟ ਹਰ ਸਾਲ ਹੁੰਦੀ ਹੈ, ਇਸ ਵਾਰ ਵੀ ਹੋਊਗੀ। ਅਤੇ ਹਰ ਸਾਲ ਜੋ ਇਸ ਦੀ ਐਨੂਅਲ ਮੀਟ ਹੈ ਉਹ ਰੱਖੀ ਜਾਂਦੀ ਹੈ ਡੈਵੋਸ ਦੇ ਵਿੱਚ ਹੈ, ਜੋ ਇਸ ਦੀ ਹਰ ਸਾਲ ਐਨੂਅਲ ਮੀਟ ਦੇਖਣ ਨੂੰ ਮਿਲਦੀ ਹੈ। ਪਰ ਪਹਿਲੀ ਵਾਰ ਜੋ 2021 ਦੀ ਜੋ ਇਸ ਦੀ ਐਨੂਅਲ ਮੀਟ ਹੋਊਗੀ ਇਹ ਕਿੱਥੇ ਦੇਖਣ ਨੂੰ ਮਿਲੂਗੀ, ਸਿੰਗਾਪੁਰ ਦੇ ਵਿੱਚ। ਠੀਕ ਹੈ ਜੀ, ਪਹਿਲੀ ਵਾਰ ਹੈ ਜੋ ਇਸ ਦੀ ਕੋਵਿਡ-19 ਦੇ ਜਿਹੜਾ ਹੈਗਾ ਮਹਾਂਮਾਰੀ ਦੇ ਚੱਲਦੇ ਹੋਏ ਇੱਥੇ ਘੱਟ ਕੇਸ ਦੇਖਣ ਨੂੰ ਮਿਲ ਰਹੇ ਸੀ, ਤਾਂ ਕਰਕੇ ਜੋ ਇਹ ਮੀਟਿੰਗ ਹੈ ਕਿੱਥੇ ਸ਼ੈਡਿਊਲ ਕੀਤੀ ਗਈ ਆ ਵੀ ਇਹ ਹੋਊਗੀ ਮਈ ਦੇ ਵਿੱਚ ਹੈ, ਇੱਥੇ ਹੋਊਗੀ। ਠੀਕ ਹੈ, ਸਿੰਗਾਪੁਰ ਦੇ ਵਿੱਚ। ਪਹਿਲਾਂ ਕਿੱਥੇ ਹੁੰਦੀ ਹੈ, ਡੈਵੋਸ ਦੇ ਵਿੱਚ ਹੈ, ਜੋ ਹਰ ਸਾਲ ਦੇਖਣ ਨੂੰ ਮਿਲਦੀ ਹੈ। ਅਤੇ ਜਿਹੜੀ 2020 ਦੇ ਵਿੱਚ, ਠੀਕ ਹੈ, ਡੈਵੋਸ ਦੇ ਵਿੱਚ ਜੋ ਇਸਦੀ ਐਨੂਅਲ ਮੀਟ ਹੋਇਆ ਸੀ ਉਸ ਦੌਰਾਨ ਇੱਕ ਕ੍ਰਿਸਟਲ ਅਵਾਰਡ ਵੀ ਦਿੱਤਾ ਗਿਆ ਸੀ। ਠੀਕ ਹੈ, ਕ੍ਰਿਸਟਲ ਅਵਾਰਡ ਦਿੱਤਾ ਗਿਆ ਸੀ ਆਪਣੇ ਬਾਲੀਵੁੱਡ ਦੀ ਇੱਕ ਐਕਟਰੈਸ ਨੂੰ ਮਿਲਿਆ ਸੀ। ਕਿਹਨੂੰ ਮਿਲਿਆ ਸੀ, ਦੀਪਿਕਾ ਪਾਦੂਕੋਨ ਨੂੰ ਹੈ, ਜੋ ਇਹ ਕ੍ਰਿਸਟਲ ਅਵਾਰਡ ਵਜੋਂ ਨਵਾਜਿਆ ਗਿਆ ਸੀ। ਠੀਕ ਹੈ, ਇਹ ਜਦੋਂ ਇਹ ਮੀਟਿੰਗ ਹੋਈ ਸੀ ਡੈਵੋਸ ਦੇ ਵਿੱਚ 2020 ਦੇ ਵਿੱਚ। ਠੀਕ ਹੈ ਜੀ, ਅਤੇ ਇਹ ਕੁਛ ਕੁ ਗੱਲਾਂ ਜੋ ਆਪਾਂ ਸਾਂਝੀਆਂ ਕਰੀਆਂ ਯਾਦ ਰੱਖਿਓ। ਅਤੇ ਹੁਣ ਆਪਾਂ ਇੱਕ ਹੋਰ ਵੀ ਦੇਖ ਲੈਂਦੇ ਹਾਂ ਵੀ ਜੋ ਇਸ ਦੇ ਦੁਆਰਾ ਜੋ ਇੰਡੈਕਸ ਜਾਰੀ ਕਰੇ ਜਾਂਦੇ ਆ, ਥੋੜ੍ਹੀ ਜਿਹੀ ਝਾਤ ਜੋ ਹੈ ਉਹਨਾਂ 'ਤੇ ਮਾਰ ਲੈਂਦੇ ਹਾਂ। ਇੱਕ ਤਾਂ ਤੁਹਾਨੂੰ ਅੱਜ ਹੀ ਆਪਾਂ ਕਰਕੇ ਹਟੇ ਹਾਂ ਜੋ ਗਲੋਬਲ ਰਿਸਕ ਇੰਡੈਕਸ ਹੈ ਉਹ ਵੀ ਇਹੀ ਜਾਰੀ ਕਰਦਾ ਗਾ, ਜੋ ਗਲੋਬਲ ਜੈਂਡਰ ਗੈਪ ਰਿਪੋਰਟ ਹੈ। ਠੀਕ ਹੈ, ਉਹ ਵੀ ਇਸ ਦੇ ਦੁਆਰਾ ਹੀ ਰਿਲੀਜ਼ ਕੀਤੀ ਜਾਂਦੀ ਹੈ। ਅਤੇ ਜੋ 2020 ਦੀ ਜੋ ਇਹ ਜੈਂਡਰ ਗੈਪ, ਠੀਕ ਹੈ ਜੀ, ਰਿਪੋਰਟ ਆਈ ਸੀ, ਤਾਂ ਇਸ ਦੇ ਵਿੱਚ ਆਪਣੇ ਭਾਰਤ ਦੀ ਜੋ ਰੈਂਕ ਹੈ ਕਿੰਨੀ ਦੇਖਣ ਨੂੰ ਮਿਲੀ ਸੀ, 108 ਹੈ ਜੋ ਇਸ ਦੇ ਵਿੱਚ ਆਪਣੇ ਭਾਰਤ ਦੀ ਰੈਂਕ ਦੇਖਣ ਨੂੰ ਮਿਲੀ ਸੀ। ਹੋਰ ਕਿਹੜਾ ਜਾਰੀ ਕਰਦਾ ਹੈ, ਸੋਸ਼ਲ ਮੋਬਿਲਿਟੀ ਇੰਡੈਕਸ ਹੈ, ਇਹ ਵੀ ਇਸ ਦੁਆਰਾ ਜਾਰੀ ਕੀਤਾ ਜਾਂਦਾ ਹੈ। 2020 ਦਾ ਜੋ ਇੰਡੈਕਸ ਆਇਆ ਸੀ, ਇਹ 2020 ਦੇ ਵਿੱਚ ਜੋ ਇੰਡੈਕਸ ਆਇਆ ਸੀ ਉਸ ਦੇ ਵਿੱਚ ਭਾਰਤ ਦੀ ਰੈਂਕ ਕਿੰਨੀ ਸੀ, 76 ਸੀ। ਠੀਕ ਹੈ ਜੀ, ਅਤੇ ਜੋ ਟੂਰਿਜ਼ਮ ਕੰਪੀਟੀਟਿਵਨੈਸ ਹੈ ਜੋ, ਠੀਕ ਹੈ, ਟੂਰਿਜ਼ਮ ਕੰਪੀਟੀਟਿਵਨੈਸ ਹੈ, ਇਹ ਵੀ ਇਸ ਦੁਆਰਾ ਇੰਡੈਕਸ ਹੈ ਜੋ ਜਾਰੀ ਕੀਤਾ ਜਾਂਦਾ ਸੀ। ਲਾਸਟ ਜੋ ਆਇਆ ਸੀ 2019 ਦੇ ਵਿੱਚ ਇਹ ਰਿਲੀਜ਼ ਕਰਿਆ ਗਿਆ ਸੀ, ਅਤੇ ਇਸ ਦੇ ਵਿੱਚ ਜੋ ਭਾਰਤੀ ਰੈਂਕ ਸੀ 34th ਦੇਖਣ ਨੂੰ ਮਿਲਦੀ ਹੈ। ਠੀਕ ਹੈ ਜੀ, ਇਹ ਸੀਗੀਆਂ ਕੁਛ ਕੁ ਆਪਾਂ ਕਾਸ ਦੀ ਵਾਰ ਜਾਣਿਆ, ਵਰਲਡ ਇਕਨੋਮਿਕ ਫੋਰਮ ਅਬਾਊਟ ਜਾਣਿਆ, ਅਤੇ ਇਹ ਜੋ ਹੈ ਤੁਸੀਂ ਨੋਟ ਕਰਦੇ ਜਾਇਓ। ਹੋ ਸਕਦਾ ਵੀ ਇਹਨਾਂ 'ਚੋਂ ਕੋਈ ਨਾ ਕੋਈ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਜੇ। ਰੀਸੈਂਟ ਇਹਨੇ ਜੇ ਰਿਲੀਜ਼ ਕੀਤੀ ਹੈ, ਇੰਡੈਕਸ ਰਿਲੀਜ਼ ਕਰਿਆ ਤਾਂ ਹੋ ਸਕਦਾ। ਠੀਕ ਹੈ ਜੀ, ਸੰਭਾਵਨਾ ਬਣ ਜਾਂਦੀ ਹੈ, ਤਾਂ ਕਰਕੇ ਜਿੰਨੀ ਵੀ ਜੋ ਸੰਭਾਵਨਾ ਬਣ ਸਕਦੀ ਹੈ ਆਸੇ ਪਾਸਿਓਂ ਜੋ ਆਪਾਂ ਨੂੰ ਉਹਦੇ ਨਾਲ ਮਿਲਦੀਆਂ ਜੁਲਦੀਆਂ ਗੱਲਾਂ ਨੇ ਆਪਾਂ ਹੁਣ ਡਿਸਕਸ ਕਰ ਲੈਂਦੇ ਹਾਂ। ਚਲੋ ਜੀ, ਹੁਣ ਆਪਾਂ ਨੈਕਸਟ ਨਿਊਜ਼ 'ਤੇ ਚੱਲਦੇ ਹਾਂ। ਦੇਖੋ, ਤੁਹਾਨੂੰ ਪਤਾ ਹੈ ਵੀ 51ਵਾਂ ਨੰਬਰ ਦਾ ਜੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਹੈ ਜੋ ਇਹ ਹੋ ਰਿਹਾ ਸੀਗਾ। ਠੀਕ ਹੈ, ਇਸ ਦਾ ਲਾਸਟ ਦਿਨ ਕਿੱਦੇ ਸੀ, 24 ਜਨਵਰੀ ਨੂੰ ਹੈ ਜੋ ਇਸ ਦੀ ਕਲੋਜ਼ਿੰਗ ਸੈਰਮਨੀ ਸੀ। ਠੀਕ ਹੈ ਜੀ, ਅਤੇ ਹੁਣ ਜੋ ਇਸ ਦੇ ਅਬਾਊਟ ਜੋ ਆਪਾਂ ਨੂੰ ਆਪਣੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਗੱਲਾਂ ਇੰਪੋਰਟੈਂਟ ਨੇ, ਮੋਸਟ ਇੰਪੋਰਟੈਂਟ ਆ ਉਹੀ ਡਿਸਕਸ ਕਰਾਂਗੇ। ਠੀਕ ਆ, ਹੋਰ ਵੀ ਕਾਫੀ ਇੰਪੋਰਟੈਂਟ ਨੇ, ਉਹਨਾਂ ਅਬਾਊਟ ਨਹੀਂ ਕਰਾਂਗੇ, ਪਰ ਜਿਹੜੇ ਇੰਪੋਰਟੈਂਟ ਅਵਾਰਡ ਆਪਣੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਉਹ ਆਪਾਂ ਡਿਸਕਸ ਕਰ ਲੈਂਦੇ ਹਾਂ। ਇਹ ਤਾਂ ਆਪਾਂ ਪਹਿਲਾਂ ਵੀ ਡਿਸਕਸ ਕਰਿਆ। ਇੰਡੀਅਨ ਪਰਸਨੈਲਿਟੀ ਆਫ ਦਾ ਈਅਰ ਹੈ ਜੋ ਕਿਸ ਨੂੰ ਗਿਆ ਗਾ ਇਹ ਵਿਸ਼ਵਾਜੀਤ ਚੈਟਰਜੀ ਨੂੰ। ਠੀਕ ਹੈ ਜੀ, ਅਤੇ ਗੋਲਡਨ ਪੀਕੌਕ ਹੈ ਜੋ ਬੈਸਟ ਫਿਲਮ ਕਿਹਨੂੰ ਗਿਆ, ਇਨਟੂ ਦਾ ਡਾਰਕਨੈਸ। ਠੀਕ ਹੈ ਜੀ, World War II ਇਨਟੂ ਦਾ ਡਾਰਕਨੈਸ ਹੈ ਇਸ ਨੂੰ ਗਿਆ ਗਾ ਗੋਲਡਨ ਪੀਕੌਕ
ਅਵਾਰਡ ਹੈ। ਜੋ ਲਾਈਫ ਟਾਈਮ ਅਚੀਵਮੈਂਟ ਅਵਾਰਡ ਹੈ ਇਹ ਕਿਹਨੂੰ ਗਿਆ ਗਾ, ਵਿਟੋਰੀਓ ਸਟਾਰਾਰੋ, ਠੀਕ ਹੈ, ਇਸ ਨੂੰ ਗਿਆ, ਯਾਦ ਰੱਖਿਓ। ਅਤੇ ਜੋ ਓਪਨਿੰਗ ਫਿਲਮ ਸੀ, ਠੀਕ ਹੈ, ਜਦੋਂ ਇਹ ਓਪਨ ਹੋਇਆ ਸੀਗਾ ਤਾਂ ਓਪਨਿੰਗ ਕਿਹੜੀ ਫਿਲਮ ਦੇ ਨਾਲ ਹੋਈ ਸੀ, ਅਨਾਦਰ ਰਾਊਂਡ, ਠੀਕ ਹੈ। ਇਹ ਕਿੱਥੋਂ ਦੀ ਮੂਵੀ ਹੈ, ਡੈਨਮਾਰਕ ਦੀ ਮੂਵੀ ਹੈ, ਜਿਸ ਦੇ ਦੁਆਰਾ ਜਿਹੜੇ ਹੈਗੀ ਆ ਓਪਨਿੰਗ ਹੋਈ ਸੀ, ਠੀਕ ਹੈ। ਅਤੇ ਕਲੋਜ਼ਿੰਗ ਟਾਈਮ ਕਿਹੜੀ ਫਿਲਮ ਸੀ, ਕਲੋਜ਼ਿੰਗ ਟਾਈਮ ਸੀ ਵਾਈਫ ਆਫ ਅ ਸਪਾਈ, ਠੀਕ ਹੈ ਜੀ। ਕਿਹੜੀ ਜਿਹੜੀ ਹੈਗੀ ਆ ਕੰਟਰੀ ਦੀ ਇਹ ਮੂਵੀ ਦੇਖਣ ਨੂੰ ਮਿਲਦੀ ਹੈ, ਜਾਪਾਨ ਦੀ, ਠੀਕ ਹੈ। ਇਹ ਕੁਛ ਗੱਲਾਂ ਯਾਦ ਰੱਖਿਓ। ਅਤੇ ਆਪਾਂ ਜਿਹੜਾ ਪਿਛਲੀ ਵਾਰ ਹੋਇਆ ਸੀ, ਠੀਕ ਹੈ, 15th ਨੰਬਰ ਦਾ ਹੋਇਆ ਸੀ, ਉਸ ਦੇ ਅਬਾਊਟ ਵੀ ਗੱਲਾਂ ਦੇਖ ਲੈਂਦੇ ਹਾਂ। ਜਦੋਂ ਤੁਸੀਂ ਲਿਖਦੇ ਹੁੰਦੇ ਹੋ ਨਾ, ਹੋ ਸਕਦਾ ਵੀ ਇਹਦਾ ਐਡੀਸ਼ਨ ਪੁੱਛ ਲਿਆ ਜਾਵੇ, ਜੋ ਇਹ ਇੰਟਰਨੈਸ਼ਨਲ ਫਿਲਮ ਫੈਸਟੀਵਲ ਜਿਹੜਾ ਹੋਇਆਗਾ, ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਹੋਇਆ ਕਿੱਥੇ ਆ, ਗੋਆ ਦੇ ਵਿੱਚ ਹੋਇਆ, ਠੀਕ ਹੈ। ਅਤੇ ਜਦੋਂ ਵੀ ਤੁਸੀਂ ਲਿਖਦੇ ਹੋ 51ਵਾਂ ਪਾ ਲਿਆ ਕਰੋ, ਠੀਕ ਹੈ। ਹਰ ਜਗ੍ਹਾ 'ਤੇ 51ਵਾਂ ਪਾਓਗੇ ਤਾਂ ਤੁਹਾਨੂੰ ਆਟੋਮੈਟਿਕ ਹੀ ਹੈ ਜੋ ਦਿਮਾਗ ਦੇ ਵਿੱਚ ਹੈ, ਜੋ ਜ਼ਹਿਨ ਦੇ ਵਿੱਚ ਹੈ, ਪੂਰੀ ਚੰਗੀ ਤਰ੍ਹਾਂ ਬੈਠ ਜੂ, ਠੀਕ ਹੈ ਇਹ ਗੱਲ। ਅਤੇ 15th ਨੰਬਰ ਦਾ ਜੋ ਹੋਇਆ ਸੀ, ਠੀਕ ਹੈ, ਇਸ ਦੇ ਵਿੱਚ ਜੋ ਗੋਲਡਨ ਪੀਕਕ ਅਵਾਰਡ ਗਿਆ ਸੀ, ਇਹ ਕਿਹੜੀ ਮੂਵੀ ਨੂੰ ਗਿਆ ਸੀ, ਪਾਰਟੀਕਲ ਮੂਵੀ ਨੂੰ ਗਿਆ ਸੀ, ਠੀਕ ਹੈ ਜੀ। ਮੈਂ ਇਸ ਦੇ ਅਬਾਊਟ ਪਹਿਲਾਂ ਵੀ ਦੱਸ ਚੁੱਕਿਆ, ਪਾਰਟੀਕਲ ਮੂਵੀ ਨੂੰ ਗਿਆ ਸੀ। ਅਤੇ ਜੋ 15th ਨੰਬਰ ਦਾ ਹੋਇਆ ਸੀ, ਉਸ ਦੇ ਵਿੱਚ ਜੋ ਫੋਕਸ ਕੰਟਰੀ ਸੀ, ਠੀਕ ਹੈ, ਉਸ ਦੇ ਵਿੱਚ ਫੋਕਸ ਕੰਟਰੀ ਕੌਣ ਸੀ, ਰਸ਼ੀਆ ਸੀ, ਠੀਕ ਹੈ। ਅਤੇ ਜੋ ਇਸ ਵਾਰ ਦਾ ਜੋ 51 ਨੰਬਰ 'ਤੇ ਹੋਇਆ, ਇਸ ਦੇ ਵਿੱਚ ਜੋ ਫੋਕਸ ਕੰਟਰੀ ਕਿਹੜੀ ਸੀ, ਤਾਂ ਜੋ ਬੰਗਲਾਦੇਸ਼ ਹੈ, ਇਸ ਦੇ ਵਿੱਚ ਫੋਕਸਡ ਕੰਟਰੀ ਸੀ, ਠੀਕ ਹੈ ਜੀ। ਅਤੇ ਜੋ ਆਈਕਨ ਆਫ ਗੋਲਡਨ ਜੁਬਲੀ ਅਵਾਰਡ ਗਿਆ, ਠੀਕ ਹੈ, ਇਹ ਕਿਸ ਨੂੰ ਗਿਆ ਸੀ, ਆਈਕਨ ਆਫ ਗੋਲਡਨ ਜੁਬਲੀ ਅਵਾਰਡ ਜੋ ਗਿਆ ਸੀ, ਇਹ ਗਿਆ ਸੀ ਰਜਨੀਕਾਂਤ ਨੂੰ, ਠੀਕ ਹੈ, ਰਜਨੀਕਾਂਤ ਨੂੰ ਗਿਆ ਸੀ, ਜੋ 15th ਦੇ ਵਿੱਚ ਜੋ ਇਹ ਅਨਾਊਂਸ ਕਰਿਆ ਗਿਆ ਸੀ, ਠੀਕ ਹੈ ਜੀ। ਇਸ ਦੇ ਵਿੱਚ ਕਿੰਨੀਆਂ ਮੂਵੀਆਂ ਜਿਹੜੀਆਂ ਹੈਗੀਆਂ, ਕਿੰਨੀਆਂ ਸਕਰੀਨਡ ਕਰੀਆਂ ਗਈਆਂ, 224 ਹੈ ਜੋ ਸਕਰੀਨਡ ਕਰੀਆਂ ਗਈਆਂ, ਠੀਕ ਹੈ। ਅਤੇ ਇਹ ਸੀਗੀਆਂ ਕੁਛ ਗੱਲਾਂ ਨੇ ਜੋ ਆਪਾਂ ਇਸ ਦੇ ਅਬਾਊਟ ਲਿਖੀਆਂ, ਠੀਕ ਹੈ, ਇੱਥੇ। ਤਾਂ ਇਹਨਾਂ ਨੂੰ ਜ਼ਰੂਰ ਯਾਦ ਰੱਖਿਓ, ਹੋ ਸਕਦਾ ਪੂਰੇ ਚਾਂਸਸ ਹੈ ਵੀ ਇੱਥੋਂ ਵੀ ਕੁਐਸਚਨ ਬਣ ਸਕਦਾ। ਚਲੋ ਜੀ, ਹੁਣ ਆਪਾਂ ਨੈਕਸਟ ਨਿਊਜ਼ 'ਤੇ ਚੱਲਦੇ ਹਾਂ। ਗਲੋਬਲ ਫਾਇਰ ਪਾਵਰ ਇੰਡੈਕਸ ਹੈ, ਇਹ ਜਾਰੀ ਹੋਇਆਗਾ 2021 ਦਾ। ਇਹ ਕੀ ਹੁੰਦਾ ਗਾ, ਜਿਹੜੀਆਂ ਮਤਲਬ ਆਪਾਂ ਕਹਿ ਦਈਏ ਕੰਟਰੀਜ਼ ਦੀ ਮਿਲਟਰੀ ਵਗੈਰਾ, ਠੀਕ ਹੈ, ਏਅਰਫੋਰਸ, ਠੀਕ ਹੈ, ਏਅਰਫੋਰਸ ਵਗੈਰਾ ਜਿੰਨੀਆਂ ਵੀ ਸਾਰੀਆਂ ਮਿਲਟਰੀਜ਼ ਹੁੰਦੀਆਂ, ਠੀਕ ਹੈ, ਉਸ ਦੇ ਆਧਾਰ 'ਤੇ ਹੈ ਇਹ ਰਿਲੀਜ਼ ਕਰਿਆ ਜਾਂਦਾ, ਠੀਕ ਹੈ, ਵੀ ਕਿਹੜੀ ਚੀਜ਼ ਹੈਗੀ ਆ, ਕਿਸ ਦੀ ਪਾਵਰਫੁੱਲ ਆਪਾਂ ਕਹਿ ਦਈਏ ਵੀ ਆਰਮੀ ਦੇਖਣ ਨੂੰ ਮਿਲਦੀ ਹੈ, ਉਸ ਟਾਈਪ ਦਾ ਜਿਹੜੇ ਹੈਗੇ ਆ ਸਕੋਰ ਦਿੱਤੇ ਜਾਂਦੇ ਆ। ਤਾਂ ਇਸ ਦੇ ਵਿੱਚ ਜੋ ਟੌਪ ਕਰਿਆ USA ਟੌਪ 'ਤੇ ਹੈ, ਠੀਕ ਹੈ। ਇਹ ਮੈਂ ਕੁਛ ਕੁ ਡਾਟਾ ਇਸ ਦੇ ਨਾਲ ਰੱਖਿਆ ਵੀ ਕੀ ਕੁਛ ਚੀਜ਼ਾਂ ਇਹਨਾਂ ਕੋਲ ਦੇਖਣ ਨੂੰ ਮਿਲਦੀਆਂ। ਅਤੇ ਸੈਕਿੰਡ 'ਤੇ ਜੋ ਰਿਹਾ ਰਸ਼ੀਆ ਰਿਹਾ, ਠੀਕ ਹੈ ਜੀ। ਫਸਟ 'ਤੇ ਕੌਣ ਰਿਹਾ, USA ਰਿਹਾ, ਫਿਰ ਉਸ ਤੋਂ ਬਾਅਦ ਰਸ਼ੀਆ ਰਿਹਾ। ਥਰਡ 'ਤੇ ਕੌਣ ਰਿਹਾ ਜੀ, ਚਾਈਨਾ ਰਿਹਾ। ਅਤੇ ਫੋਰਥ 'ਤੇ ਕੌਣ ਦੇਖਣ ਨੂੰ ਮਿਲਦਾ, ਇੰਡੀਆ, ਠੀਕ ਹੈ ਜੀ। ਆਪਣੇ ਦੇਸ਼ ਦੀ ਰੈਂਕ ਕਿੰਨੀ ਦੇਖਣ ਨੂੰ ਮਿਲਦੀ ਆ, ਫੋਰਥ ਦੇਖਣ ਨੂੰ ਮਿਲਦੀ ਆ, ਠੀਕ ਹੈ। ਜੇ ਫਿਫਥ ਦੀ ਗੱਲ ਕਰੀਏ ਤਾਂ ਫਿਫਥ 'ਤੇ ਰਿਹਾ ਜੀ ਜਾਪਾਨ ਰਿਹਾ, ਠੀਕ ਹੈ। ਇਸ ਦੇ ਅਬਾਊਟ ਜਿਹੜੀ ਹੈਗੀ ਆ ਮੋਟਾ ਜਿਹਾ ਇਹ ਵੇਰਵਾ ਯਾਦ ਰੱਖਿਓ। ਜੋ ਗਲੋਬਲ ਫਾਇਰ ਪਾਵਰ ਇੰਡੈਕਸ ਆ ਆਪਣਾ, ਇਸ ਦੇ ਵਿੱਚ ਇੰਡੀਆ ਦਾ ਜੋ ਸਥਾਨ ਦੇਖਣ ਨੂੰ ਮਿਲਦਾ ਹੈ ਫੋਰਥ ਹੈ, ਠੀਕ ਹੈ। ਫਸਟ ਦੇ ਵਿੱਚ ਕੌਣ ਦੇਖਣ ਨੂੰ ਮਿਲਦਾ, US ਦੇਖਣ ਨੂੰ ਮਿਲਦਾ। ਚਲੋ ਜੀ, ਹੁਣ ਆਪਾਂ ਨੈਕਸਟ ਨਿਊਜ਼ 'ਤੇ ਚੱਲਦੇ ਹਾਂ। ਸੁਭਾਸ਼ ਚੰਦਰ ਬੋਸ ਜੀ ਦਾ ਜਿਹੜਾ ਹੈਗਾ ਇੱਕ ਨਾ, ਇਹਨਾਂ ਦਾ ਤੁਹਾਨੂੰ ਪਤਾ ਹੈ ਕਾਫੀ ਨਿਊਜ਼ ਦੇ ਵਿੱਚ ਰਿਹਾ। ਆਪਾਂ 23 ਜਨਵਰੀ ਨੂੰ ਇਹਨਾਂ ਦੇ ਜਨਮ ਦਿਨ 'ਤੇ ਕੀ ਸੈਲੀਬ੍ਰੇਟ ਕੀਤਾ ਸੀ, ਪਰਾਕਰਮ ਦਿਵਸ ਵਜੋਂ ਆ ਜੋ ਸੈਲੀਬ੍ਰੇਟ ਕੀਤਾ ਸੀ। ਅਤੇ ਇਹ ਹਰ ਸਾਲ ਹੈ ਜੋ ਪਰਾਕਰਮ ਦਿਵਸ ਵਜੋਂ ਆ ਸੈਲੀਬ੍ਰੇਟ ਕਰਿਆ ਕਰਾਂਗੇ। ਅਤੇ 1897 ਈਸਵੀ ਦੇ ਵਿੱਚ, ਠੀਕ ਹੈ, 23 ਜਨਵਰੀ 1897 ਨੂੰ ਇਹਨਾਂ ਦਾ ਜਨਮ ਹੋਇਆ ਸੀ। ਅਤੇ ਤੁਹਾਨੂੰ ਦੱਸ ਚੁੱਕਿਆ ਵੀ ਇਹ INC ਦੇ ਕਦੋਂ ਮੈਂਬਰ, ਮਤਲਬ ਇਸ ਦੇ ਪ੍ਰੈਜ਼ੀਡੈਂਟ ਰਹੇ ਸੀਗੇ, ਠੀਕ ਹੈ। ਅਤੇ ਜੋ ਆਜ਼ਾਦ ਹਿੰਦ ਫੌਜ ਸੀ, ਠੀਕ ਹੈ, ਉਸ ਨੂੰ ਵੀ ਲੀਡ ਕੀਤਾ, ਠੀਕ ਹੈ। ਆਜ਼ਾਦ ਹਿੰਦ ਫੌਜ ਨੂੰ ਵੀ ਇਹਨਾਂ ਨੇ ਲੀਡ ਕਰਿਆ। ਅਤੇ ਇਹਨਾਂ ਦੇ ਸਲੋਗਨ ਵੀ ਆਪਾਂ ਕਰ ਚੁੱਕੇ ਹਾਂ, ਜੈ ਹਿੰਦ, ਠੀਕ ਹੈ, ਤੁਮ ਮੁਝੇ ਖੂਨ ਦੋ ਮੈਂ ਤੁਮੇ ਆਜ਼ਾਦੀ ਦੂੰਗਾ। ਅਤੇ ਇੱਕ ਸੀਗਾ ਦਿੱਲੀ ਚਲੋ, ਠੀਕ ਹੈ। ਇਹ ਇਹਨਾਂ ਦੇ ਜੋ ਨਾਅਰੇ ਨੇ ਇਹ ਵੀ ਯਾਦ ਰੱਖਿਓ। ਅਤੇ ਹੁਣ ਆਪਾਂ ਇਸ ਜੋ ਅਵਾਰਡ ਹੈ ਇਸ ਦੇ ਅਬਾਊਟ ਗੱਲਬਾਤ ਕਰ ਲੈਂਦੇ ਹਾਂ। ਆਪਦਾ ਪ੍ਰਬੰਧਨ ਪੁਰਸਕਾਰ, ਠੀਕ ਹੈ। ਆਪ ਦਾ ਨਾਂ ਸਮਝ ਲਿਓ, ਇਹ ਆਪਦਾ ਮਤਲਬ ਮੁਸੀਬਤ, ਠੀਕ ਹੈ ਜੀ। ਮੁਸੀਬਤ ਪ੍ਰਬੰਧਨ ਪੁਰਸਕਾਰ ਜੋ ਇਹ 2021 ਦਾ ਇਹ ਦਿੱਤਾ ਗਿਆ। ਇਹ ਵੀ ਦੇਖ ਲੈਂਦੇ ਹਾਂ ਵੀ ਕਿਹਨੂੰ ਦਿੱਤਾ ਗਿਆ, ਇਹ ਹਰ ਸਾਲ ਦਿੱਤਾ ਜਾਇਆ ਕਰੂਗਾ। ਅਤੇ ਇਸ ਦੇ ਵਿੱਚ ਜੋ ਕੈਸ਼ ਪ੍ਰਾਈਜ਼ ਕਿੰਨਾ ਦਿੱਤਾ ਜਾਊਗਾ, 51 ਲੱਖ ਦਿੱਤਾ ਜਾਊਗਾ। 51 ਲੱਖ ਜਿਹੜਾ ਇੰਸਟੀਟਿਊਸ਼ਨ ਨੂੰ ਦਿੱਤਾ ਜਾਊਗਾ ਉਸ ਦਾ 51 ਲੱਖ ਹੈ। ਅਤੇ ਇੰਡੀਵਿਜੂਅਲੀ ਜਿਹੜਾ ਪਰਸਨ ਨੂੰ ਦਿੱਤਾ ਜਾਊਗਾ ਉਹ 5 ਲੱਖ ਦਾ ਹੋਊਗਾ, ਠੀਕ ਹੈ। 5 ਲੱਖ ਦਾ ਜੋ ਇਹ ਦਿੱਤਾ ਜਾਊਗਾ ਇੰਡੀਵਿਜੂਅਲ ਪਰਸਨ ਨੂੰ ਦਿੱਤਾ ਜਾਊਗਾ। ਅਤੇ ਜਿਹੜਾ ਇਹ ਇੰਸਟੀਟਿਊਸ਼ਨ ਹੈ ਇਸ ਨੂੰ 51 ਲੱਖ ਦਿੱਤਾ ਜਾਊਗਾ। ਇਸ ਵਾਰ ਦਾ ਜੋ 2021 ਦਾ ਅਵਾਰਡ ਗਿਆ, ਠੀਕ ਹੈ,
ਇਹ ਗਿਆ ਜੀ ਇਸ ਨੂੰ ਸਸਟੇਨੇਬਲ ਇਨਵਾਇਰਨਮੈਂਟ ਐਂਡ ਇਕੋਲੋਜੀਕਲ ਡਿਵੈਲਪਮੈਂਟ ਸੁਸਾਇਟੀ, ਇਸ ਨੂੰ ਗਿਆ ਇੰਸਟੀਟਿਊਸ਼ਨਲ ਕੈਟਾਗਰੀ ਦੇ ਵਿੱਚ। ਠੀਕ ਹੈ ਜੀ, ਇੰਸਟੀਟਿਊਸ਼ਨਲ ਕੈਟਾਗਰੀ ਦੇ ਵਿੱਚ ਇਸ ਨੂੰ ਗਿਆ। ਇਸ ਨੇ ਜੋ ਕਾਫੀ ਕੰਮ ਹੈ ਆਪਾਂ ਕਹਿ ਦਈਏ ਡਿਜ਼ਾਸਟਰ ਜਿਹੜੇ ਹੈਗੇ ਜਿਹੜੀਆਂ ਕਮਿਊਨਿਟੀਜ਼ ਹੈ, ਠੀਕ ਹੈ, ਉਹਨਾਂ ਦੇ ਲਈ ਜਿਹੜਾ ਹੈਗਾ ਕਾਫੀ ਇਹਨਾਂ ਨੇ ਕੰਮ ਕਰਿਆ। ਠੀਕ ਹੈ, ਜਿਹੜੀਆਂ ਇੱਕ ਹਿਸਾਬ ਨਾਲ ਕਹਿ ਦਈਏ ਵੀ ਟੁੱਟੀਆਂ ਹੋਈਆਂ ਹੁੰਦੀਆਂ, ਜਿਹੜੀਆਂ ਪਛੜੀਆਂ ਹੋਈਆਂ ਹੁੰਦੀਆਂ, ਠੀਕ ਹੈ, ਜਿਨ੍ਹਾਂ ਤੱਕ ਅਪਰੋਚ ਨਹੀਂ ਕੀਤੀ ਜਾ ਸਕਦੀ, ਠੀਕ ਹੈ, ਉਹਨਾਂ ਦੇ ਲਈ ਹੈ, ਜੋ ਉਹਨਾਂ ਦੇ ਵੈਲਫੇਅਰ ਦੇ ਲਈ ਇਹਨਾਂ ਨੇ ਕਾਫੀ ਕੰਮ ਕਰਿਆ। ਇਸ ਇੰਸਟੀਟਿਊਸ਼ਨ ਨੇ ਸਸਟੇਨੇਬਲ ਇਨਵਾਇਰਨਮੈਂਟ ਐਂਡ ਇਕੋਲੋਜੀਕਲ ਡਿਵੈਲਪਮੈਂਟ ਸੁਸਾਇਟੀ ਨੇ, ਇਸ ਇੰਸਟੀਟਿਊਸ਼ਨ ਨੇ ਉਹਨਾਂ ਦੇ ਵੈਲਫੇਅਰ ਦੇ ਲਈ ਕੰਮ ਕੀਤਾ, ਤਾਂ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਇਹ ਅਵਾਰਡ ਦਿੱਤਾ ਗਿਆ। ਅਤੇ ਇੱਕ ਆਹ ਪਰਸਨੈਲਿਟੀ ਹੈ ਡਾਕਟਰ ਰਜਿੰਦਰ ਕੁਮਾਰ ਭੰਡਾਰੀ, ਠੀਕ ਹੈ, ਇਹਨਾਂ ਨੂੰ ਦਿੱਤਾ ਗਿਆ ਇੰਡੀਵਿਜੂਅਲ ਕੈਟਾਗਰੀ ਦੇ ਵਿੱਚ ਹੈ, ਜੋ ਇਹਨਾਂ ਨੂੰ ਦਿੱਤਾ ਗਿਆ, ਇਹ ਸਿਲੈਕਟ ਹੋਇਆ, ਇਹਨਾਂ ਨੂੰ ਦਿੱਤਾ ਜਾਊਗਾ ਆਪਦਾ ਪ੍ਰਬੰਧਨ ਪੁਰਸਕਾਰ। ਇਹਨਾਂ ਨੇ ਕੀ ਕੀਤਾ, ਜੋ ਲੈਂਡਸਲਾਈਡ ਹੁੰਦੇ ਆ ਉਸ ਦੀ ਜੋ ਫਸਟ ਲੈਬੋਰਟਰੀ ਵੀ ਹੈ ਇਹਨਾਂ ਨੇ ਜੋ ਡਿਵੈਲਪ ਕੀਤੀ ਹੈ, ਅਤੇ ਹੋਰ ਵੀ ਜਿਹੜੇ ਹੈਗੇ ਆ ਸਾਇੰਸ ਟੈਕਨੋਲੋਜੀ ਦੇ ਵਿੱਚ ਕਾਫੀ ਜਿਹੜਾ ਹੈਗਾ ਇਹਨਾਂ ਨੇ ਆਪਦਾ ਯੋਗਦਾਨ ਪਾਇਆ, ਤਾਂ ਕਰਕੇ ਜਿਹੜਾ ਹੈਗਾ ਰਜਿੰਦਰ ਕੁਮਾਰ ਭੰਡਾਰੀ ਜੀ ਨੂੰ ਵੀ ਜਿਹੜਾ ਹੈਗਾ ਇੰਡੀਵਿਜੂਅਲੀ ਕੈਟਾਗਰੀ ਦੇ ਵਿੱਚ ਦਿੱਤਾ ਜਾ ਰਿਹਾ ਹੈ ਇਹ ਆਪਦਾ ਪ੍ਰਬੰਧਨ ਪੁਰਸਕਾਰ। ਠੀਕ ਹੈ ਜੀ, ਯਾਦ ਰੱਖਿਓ ਇਹ ਆਪਦਾ ਪ੍ਰਬੰਧਨ ਪੁਰਸਕਾਰ, ਅਤੇ ਇਹਨਾਂ ਅਬਾਊਟ ਵੀ ਕੁਛ ਕੁ ਜੋ ਆਪਾਂ ਗੱਲਾਂ ਸਾਂਝੀਆਂ ਕਰੀਆਂ ਗਈਆਂ, ਅਤੇ ਉਹਨਾਂ ਅਬਾਊਟ ਵੀ ਗੱਲ ਜੋ ਯਾਦ ਰੱਖਿਓ, ਹੋ ਸਕਦਾ ਵੀ ਇੱਥੋਂ ਇੱਕ ਅੱਧਾ ਕੁਐਸਚਨ ਬਣਦੇ ਪੂਰੇ ਚਾਂਸ ਨੇ। ਹੁਣ ਆਪਣੇ ਜੋ ਹੈ ਕਰੰਟ ਅਫੇਅਰ ਹੋ ਗਏ ਸਮਾਪਤ, ਅਤੇ ਮੈਂ ਤੁਹਾਨੂੰ ਦੱਸਿਆ ਸੀ ਵੀ ਜਿਹੜੀਆਂ ਇਹ ਨਿਊਜ਼ ਵਗੈਰਾ ਨੇ ਤੁਸੀਂ ਆਪ ਦੀ ਆਪ ਵੀ ਕਰ ਸਕਦੇ ਹੋ, ਪਰ ਕਿੱਥੋਂ ਕਰ ਸਕਦੇ ਹੋ? ਠੀਕ ਹੈ, ਇੱਕ ਤਾਂ ਹੁੰਦਾ ਵੀ ਜੋ ਗੌਰਮੈਂਟ ਵੱਲੋਂ ਜੋ ਡਾਟਾ ਰਿਲੀਜ਼ ਕੀਤਾ ਜਾਂਦਾ, ਠੀਕ ਹੈ, PIB ਇਹਨਾਂ ਦੀ ਆਫੀਸ਼ੀਅਲ ਸਾਈਟ ਹੈ, ਉੱਥੇ ਜਾ ਕੇ ਹੈ ਤੁਸੀਂ ਜੋ ਗੌਰਮੈਂਟ ਵੱਲੋਂ ਜੋ ਰਿਲੀਜ਼ ਕੀਤੀ ਜਾਂਦੀ ਹੈ, ਠੀਕ ਹੈ, ਗੱਲਬਾਤ ਉਹ ਉੱਥੇ ਹੁੰਦੀ ਹੈ, ਤੁਸੀਂ ਉੱਥੇ ਜਾ ਕੇ ਪੜ੍ਹ ਸਕਦੇ ਹੋ। ਅਤੇ ਪਰ ਇਹ ਕਾਫੀ ਕੁਛ ਹੁੰਦਾ, ਉਹਨਾਂ 'ਚੋਂ ਛਾਂਟਣਾ ਪੈਂਦਾ ਵੀ ਆਪਣੇ ਕੰਮ ਦੀ, ਆਪਣੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਕਿਹੜੀ ਜਿਹੜੀ ਹੈਗੀ ਆ ਗੱਲਬਾਤ ਇੰਪੋਰਟੈਂਟ ਹੈ। ਠੀਕ ਹੈ, ਅਤੇ ਜਾਂ ਤੁਸੀਂ ਦਾ ਹਿੰਦੂ ਜਿਹੜਾ ਹੈਗਾ ਇਸ ਨੂੰ ਫੋਲੋ ਕਰ ਸਕਦੇ ਹੋ। ਠੀਕ ਹੈ, ਅਤੇ ਜਾਂ ਹੈਗਾ ਗਾ ਆਲ ਇੰਡੀਆ ਰੇਡੀਓ, ਠੀਕ ਹੈ, ਆਲ ਇੰਡੀਆ ਰੇਡੀਓ ਦੀ ਵੀ ਸਾਈਟ ਬਣੀ ਹੋਈ ਆ, ਉੱਥੇ ਵੀ ਜਿਹੜੀਆਂ ਹੈਗੀਆਂ ਕਾਫੀ ਜਿਹੜੀਆਂ ਹੈਗੀਆਂ ਨੈਸ਼ਨਲ ਇੰਟਰਨੈਸ਼ਨਲ ਨਿਊਜ਼, ਸਪੋਰਟਸ, ਬਿਜ਼ਨਸ, ਕਾਫੀ ਟਾਈਪ ਦੀਆਂ ਜਿਹੜੀਆਂ ਹੈਗੀਆਂ ਨਿਊਜ਼ ਦੇਖਣੀਆਂ ਪੈਂਦੀਆਂ, ਉਹਨਾਂ 'ਚੋਂ ਛਾਂਟਣਾ ਪੈਂਦਾ ਵੀ ਆਪਣੇ ਕੰਮ ਦੀ ਕਿਹੜੀ ਆ। ਸਾਰੀਆਂ ਉੱਥੇ ਕੰਮ ਦੀਆਂ ਨਹੀਂ ਹੁੰਦੀਆਂ, ਪਰ ਜਿਹੜੀਆਂ ਆਪਣੇ ਕੰਮ ਦੀਆਂ ਹੁੰਦੀਆਂ ਉਹਨਾਂ 'ਚੋਂ ਛਾਂਟਣਾ ਪੈਂਦਾ। ਜਾਂ ਹੁੰਦਾ ਇੰਡੀਅਨ ਐਕਸਪ੍ਰੈਸ ਹੈ, ਠੀਕ ਹੈ, ਉਸ 'ਤੇ ਜਾ ਕੇ ਤੁਸੀਂ ਆਰਟੀਕਲ ਪੜ੍ਹ ਸਕਦੇ ਹੋ। ਜਿਹੜੀਆਂ ਇਹ ਮੈਂ ਨਿਊਜ਼ ਬਣਾਉਣਾ ਨਾ, ਇਹਨਾਂ 'ਤੇ ਮੈਨੂੰ ਕਾਫੀ ਟਾਈਮ ਲੱਗਦਾ, ਛਾਂਟਣੀਆਂ ਪੈਂਦੀਆਂ ਵੀ ਇਹਨਾਂ 'ਚੋਂ ਕਿਹੜੀਆਂ ਨੇ। ਠੀਕ ਹੈ, ਮੈਂ ਜਿਹੜਾ ਇੱਥੇ ਡਾਟਾ ਰੱਖਦਾ ਓਥੈਂਟਿਕ ਡਾਟਾ ਹੁੰਦਾ, ਹਮੇਸ਼ਾ ਹੀ ਓਥੈਂਟਿਕ ਹੁੰਦਾ। ਠੀਕ ਹੈ, ਕੋਈ ਐਵੇਂ ਨਹੀਂ ਵੀ ਕਿਸੇ ਤੋਂ ਕੋਈ ਕਾਪੀ ਮਾਰ ਕੇ ਜਾਂ ਐਂ ਕਰਿਆ, ਉਵੇਂ ਦਾ ਨਹੀਂ ਗਾ। ਇਹ ਜਿਹੜੀਆਂ ਇੰਨੀਆਂ ਸਾਈਟਸ ਦੱਸੀਆਂ, ਤੁਸੀਂ ਇੱਥੋਂ ਜਾ ਕੇ ਖੁਦ ਵੀ ਜਿਹੜੀ ਹੈਗੀ ਵੀ ਲਿਖਦਿਆ ਕਰੋ ਵੀ ਕਿੰਨਾ ਜਿਹੜਾ ਹੈਗਾ ਸੁਣ ਕੇ ਦੇਖੋ ਵੀ ਜਿਹੜੇ ਇਹ ਕੁਐਸਚਨ ਬਣਾਏ ਹੁੰਦੇ ਆ ਅੱਜ ਦੇ, ਜਾਂ ਤਾਂ ਕੁਛ ਅੱਜ ਦੇ ਹੁੰਦੇ ਆ ਜਾਂ 1-2 ਦਿਨ ਪਹਿਲਾਂ ਦੇ ਹੁੰਦੇ ਆ। ਮੈਂ ਜ਼ਿਆਦਾ ਜਿਹੜਾ ਹੈਗਾ ਪਿੱਛੋਂ ਨਹੀਂ, ਜਿਹੜੇ ਹੈਗੇ ਆ ਬਾਹਲੀ ਪਿੱਛੋਂ ਜਾ ਕੇ ਨਹੀਂ ਜਿਹੜੇ ਹੈਗਾ ਕੁਐਸਚਨ ਰੱਖਦਾ, 1-2 ਦਿਨ ਪਹਿਲਾਂ ਦੇ ਹੀ ਹੁੰਦੇ ਆ। ਪਰ ਜੇ 1-2 ਦਿਨ ਪਹਿਲਾਂ ਦੇ ਵੀ ਜੇ ਥੋੜ੍ਹੇ ਜਿਹੇ ਨਹੀਂ ਹੋ ਰਹੇ, ਫਿਰ ਤੁਸੀਂ ਆਪ ਦਾ ਦੇਖ ਲਓ ਵੀ ਤੁਸੀਂ ਕਿੱਥੇ ਜੇ ਖੜ੍ਹੇ ਹੋ, ਜਦੋਂ ਤੁਸੀਂ ਧਿਆਨ ਨਾਲ ਨਹੀਂ ਸੁਣ ਰਹੇ। ਠੀਕ ਹੈ, ਮੈਂ ਤਾਂ ਐਂ ਕਹਿਣਾ ਤੁਸੀਂ ਆਪ ਦੀ ਆਪ ਵੀ ਜੇ ਤੁਸੀਂ ਪੜ੍ਹ ਰਹੇ ਹੋ ਤਾਂ ਵੀ ਆਪਦੇ ਆਪ ਨੂੰ ਆ ਕੇ ਇੱਕ ਵਾਰ ਟੈਸਟ ਜ਼ਰੂਰ ਕਰੋ ਵੀ ਕਿੱਥੇ ਜੇ ਖੜੀ ਹੈ ਗੱਡੀ। ਠੀਕ ਹੈ ਜੀ, ਚਲੋ ਜੀ, ਇਹ ਸੀਗਾ ਆਪਣਾ ਅੱਜ ਦਾ ਲੈਕਚਰ, ਅਤੇ ਲੈਕਚਰ ਸੁਣਨ ਲਈ ਬਹੁਤ ਬਹੁਤ ਧੰਨਵਾਦ। ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ 25 ਮਿੰਟ ਤੋਂ ਪਹਿਲਾਂ ਜਿਹੜੀ ਵੀਡੀਓ ਇੱਥੇ ਤੱਕ ਰੱਖੀ ਜਾਵੇ, ਕਿਉਂਕਿ ਉਸ ਤੋਂ ਬਾਅਦ ਬੋਰਿੰਗ ਹੋ ਜਾਂਦੀ ਹੈ, ਕੋਈ ਦੇਖਦਾ ਹੀ ਨਹੀਂ। ਠੀਕ ਹੈ, ਤਾਂ ਕਰਕੇ ਮੈਂ ਛੋਟੀ ਤੋਂ ਛੋਟੀ, ਮੈਂ ਤਾਂ ਇਦੋਂ ਵੀ ਛੋਟੀ ਕਰ ਸਕਦਾ ਜੇ ਤੁਸੀਂ ਚਾਹੋ ਤਾਂ, ਜਿਹੜਾ ਆਪਾਂ ਨਾਲ ਦੀ ਨਾਲ ਜਿਹੜਾ ਪੋਰਸ਼ਨ ਦੱਸਦੇ ਹੋ ਮੈਂ ਉਹ ਦੱਸਣਾ ਬੰਦ ਕਰ ਸਕਦਾ। ਠੀਕ ਹੈ, ਪੁਆਇੰਟ ਟੂ ਪੁਆਇੰਟ ਆਪਾਂ ਜਿਹੜੀ ਹੈਗੀ ਨਿਊਜ਼ ਵੀ ਡਿਸਕਸ ਕਰ ਸਕਦੇ ਹਾਂ। ਜੇ ਤੁਸੀਂ ਕਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਦਿਓ ਤੁਹਾਡਾ ਕੀ ਵਿਊ ਆ। ਥੈਂਕ ਯੂ।